ਵਾਹਿਗੁਰੂ ਜੀ। ਬਸੰਤ ਮਹਿਲਾ ਤੀਜਾ ਘਰ ਪਹਿਲਾ। ਦੋ ਤੁਕੇ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਮਹਾਰੁਤੀ ਮੈਂ ਸਦਬਾ ਸੰਤ, ਜਿਤ ਹਰਿਆ ਸਭ ਜੀ ਜੰਤ। ਮਹਾਰੁਤੀ ਮਹਿ ਸਦ ਬਾਸੰਤ, ਜਿਤ ਹਰਿਆ ਸਭ ਜੀ ਜੰਤ। ਕਿਆ ਹਉ ਆਖਾਂ ਕਿਰਮ ਜੰਤ, ਤੇਰਾ ਕਿਨੇ ਨ ਪਾਇਆ ਆਦ ਅੰਤ। ਤੈਂ ਸਾਹਿਬ ਕੀ ਕਰਹਿ ਸੇਵ, ਪਰਮ ਸੁਖ ਪਾਵੈ ਆਤਮ ਦੇ ਰਹਾਉ। ਕਰਮ ਹੋਵੈ ਤਾਂ ਸੇਵਾ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਅਨ ਦਿਨ ਸਾਚ ਨਾਮ ਉਚਰੈ, ਇਨ ਬਿਦ ਪ੍ਰਾਣੀ ਦੁੱਤਰ ਤਰੈ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕਉ ਦੁਏ ਫਲ ਲਾਏ। ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ। ਜਿਸਨੋ ਨਾਨਕ ਜਿਸਨੋ ਨਦਰ ਕਰੇ, ਅੰਮ੍ਰਿਤ ਨਾਮ ਆਪੇ ਦੇ। ਬਿਖਿਆ ਕੀ ਵਾਸਨਾ ਮਨਹਿ ਕਰੇ, ਆਪਣਾ ਭਾਣਾ ਆਪ ਕਰੇ। ਨਾਨਕ ਜਿਸਨੋ ਨਦਰ ਕਰੇ, ਅੰਮ੍ਰਿਤ ਨਾਮ ਆਪੇ ਦੇ। ਬਿਖਿਆ ਕੀ ਬਾਸਨਾ ਮਨਹਿ ਕਰੇ, ਆਪਣਾ ਭਾਣਾ ਆਪ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਬਾਣੀ ਦੇ ਬੋਹਿਤ, ਬ੍ਰਹਮ ਗਿਆਨ ਦੇ ਸਾਗਰ, ਜ਼ਾਹਿਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰਬਾਣੀ ਕੀਰਤਨ ਦਾ ਆਨੰਦ ਮਾਣਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤ ਸੰਗਤ ਵਿੱਚ ਮਿਲ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਅਮੋਲ ਬਚਨ ਬਸੰਤ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦੇ ਇਹ ਪਾਵਨ ਬਚਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਨੇ, ਜਿਨ੍ਹਾਂ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵਾਹਿਗੁਰੂ ਜੀ ਦੀ ਸਰਬ ਵਿਆਪਕਤਾ ਦਾ ਜ਼ਿਕਰ ਕੀਤਾ ਹੈ। ਜਗਤ ਨੂੰ ਬਣਾ ਕੇ ਪ੍ਰਮਾਤਮਾ ਆਪ ਜਗਤ ਵਿੱਚ ਟਿਕਿਆ ਹੋਇਆ ਹੈ, ਉਹਦੀ ਮੌਜ ਵਿੱਚ ਇਹ ਜਗਤ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਸਾ ਕੀ ਵਾਰ 'ਚ ਅਸੀਂ ਬਚਨ ਆਰੰਭ ਵਿੱਚ ਸਰਵਣ ਕਰਦੇ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੁਈ ਕੁਦਰ ਸਾਜੀਏ ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ। ਵਾਹਿਗੁਰੂ ਜੀ ਨੇ ਜਿੱਥੇ ਆਪਣੇ ਆਪ ਨੂੰ ਆਪ ਬਣਾਇਆ, ਇਹ ਕੁਦਰਤ, ਇਹ ਪ੍ਰਕਿਰਤੀ, ਇਹ ਜਗਤ ਵਾਹਿਗੁਰੂ ਜੀ ਦਾ ਬਣਾਇਆ। ਜਗਤ ਦੇ ਅੰਦਰ ਵਾਹਿਗੁਰੂ ਜੀ ਆਸਣ ਜਮਾ ਕੇ ਬੈਠ ਗਏ ਨੇ। ਵਾਹਿਗੁਰੂ ਜੀ ਕਿਤੇ ਵੱਖਰੇ ਨਹੀਂ ਹੈ ਜਾਂ ਇਸ ਦੁਨੀਆ ਤੋਂ ਦੂਰ ਨਹੀਂ ਹੈ।
ਇਹ ਜਗਤ ਹੀ ਵਾਹਿਗੁਰੂ ਜੀ ਦੇ ਵਸਣ ਵਾਲਾ ਘਰ ਹੈ। ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਵੀ ਪ੍ਰਮਾਤਮਾ ਹੈ, ਸਾਰਿਆਂ ਨੂੰ ਕੰਮਾਂ ਧੰਦਿਆਂ ਤੇ ਲਾਉਣ ਵਾਲਾ ਵੀ ਪ੍ਰਮਾਤਮਾ ਹੈ। ਗੁਰਬਾਣੀ 'ਚ ਇੱਕ ਥਾਂ ਤੇ ਸਤਿਗੁਰੂ ਜੀ ਨੇ ਇਸ ਜਗਤ ਨੂੰ ਬਗੀਚੇ ਨਾਲ ਤੁਲਨਾ ਦਿੱਤੀ ਹੈ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ। ਇਹ ਦੁਨੀਆ ਇੱਕ ਬਗੀਚੀ ਹੈ, ਬਾਗ ਹੈ, ਤੇ ਪ੍ਰਮਾਤਮਾ ਇਹਦਾ ਮਾਲੀ ਹੈ। ਸਾਰ ਸੰਭਾਲੇ ਕੋ ਨਾਹੀਂ ਖਾਲੀ। ਹਰ ਮਨੁੱਖ ਦੀ ਉਹ ਸੰਭਾਲ ਕਰ ਰਿਹਾ ਹੈ, ਹਰ ਮਨੁੱਖ ਨੂੰ ਉਹ ਦੇਖ ਰਿਹਾ ਹੈ, ਹਰ ਮਨੁੱਖ ਨੂੰ ਉਹ ਪਾਲ ਰਿਹਾ ਹੈ। ਕੋਈ ਵੀ ਵਾਹਿਗੁਰੂ ਜੀ ਦੀ ਇਸ ਰਹਿਮਤ ਤੋਂ ਖਾਲੀ ਨਹੀਂ ਹੈ। ਹਰ ਜੀਵ ਦੀ ਸੰਭਾਲ ਕਰਨ ਵਾਲਾ ਪ੍ਰਮਾਤਮਾ ਹੈ। ਜਿਹੀ ਵਾਸਨਾ ਪਾਏ ਤੇਹੀ ਵਰਤੇ, ਵਾਸੂ ਵਾਸ ਜਣਾਵਣਿਆ। ਵਾਹਿਗੁਰੂ ਜੀ ਦੀ ਇਹ ਬਗੀਚੀ ਹੈ, ਤੇ ਇਸ ਬਗੀਚੀ ਦੇ ਫੁੱਲਾਂ 'ਚ ਜਿਹੋ ਜੀ ਸੁਗੰਧੀ ਵਾਹਿਗੁਰੂ ਜੀ ਨੇ ਪਾਈ ਹੈ, ਉਹੋ ਜੀ ਸੁਗੰਧੀ ਬਾਹਰ ਆਉਣੀ ਹੈ। ਉਹੋ ਜੀ ਸੁਗੰਧੀ ਹੀ ਗਾਂ ਜਿਹੜੀ ਹੈ ਵਰਤ ਰਹੀ ਹੈ। ਜਿੱਥੇ ਜਗਤ ਵਾੜੀ ਹੈ, ਪ੍ਰਮਾਤਮਾ ਮਾਲੀ ਹੈ, ਉੱਥੇ ਦੁਨੀਆ ਦੇ ਲੋਕਾਂ ਦੇ ਦੁੱਖਾਂ ਦਾ ਕਾਰਨ ਦੱਸਿਆ ਕਿ ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮ ਅਪਾਰਾ। ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਇਹ ਜਗਤ ਦੇ ਵਿੱਚ ਕੁਝ ਲੋਕ ਨੇ ਜਿਹੜੇ ਮਨਮੁਖ ਨੇ, ਜਿਹੜੇ ਵਾਹਿਗੁਰੂ ਜੀ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਦੇ, ਜਿਹੜੇ ਪ੍ਰਮਾਤਮਾ ਦੇ ਪਿਆਰ 'ਚ ਜੁੜਦੇ ਹੀ ਨਹੀਂ, ਮਨਮੁਖ ਹੋ ਕੇ ਜਿਉ ਰਹੇ ਨੇ। ਉਹ ਨਿਤ ਵਿਲ ਲਾਉਂਦੇ ਰਹਿੰਦੇ ਨੇ। ਸੰਭਾਲ ਤਾਂ ਉਹਨਾਂ ਦੀ ਵੀ ਪ੍ਰਮਾਤਮਾ ਕਰ ਰਿਹਾ। ਦੇਖੋ, ਮਾਂ ਪਿਓ ਦੇ ਬੱਚੇ ਹੁੰਦੇ ਨੇ, ਇੱਕ ਬੱਚਾ ਬੜਾ ਲਾਇਕ ਆਗਿਆਕਾਰ ਹੁੰਦਾ ਹੈ, ਇੱਕ ਬੱਚਾ ਜਿਹੜਾ ਆਪ ਹੁਦਰਾ ਹੁੰਦਾ ਹੈ। ਮਾਂ ਪਿਓ ਪਾਲਦੇ ਤੇ ਆਪ ਹੁਦਰੇ ਨੂੰ ਵੀ ਨੇ, ਰੋਟੀ ਤੇ ਉਹਨੂੰ ਵੀ ਦਿੰਦੇ ਨੇ, ਪਰ ਜਿਹੜਾ ਆਪ ਹੁਦਰਾ ਹੈ ਉਹ ਮਾਂ ਪਿਓ ਦੀ ਮਰਜ਼ੀ ਤੋਂ ਉਲਟ ਚੱਲ ਕੇ ਕਦੀ ਕਿਤੇੋਂ ਕੁੱਟ ਖਾ ਕੇ ਆ ਜਾਂਦਾ ਹੈ, ਕਦੀ ਕਿਤੇ ਕੋਈ ਨਾ ਕੋਈ ਲੜਾਈ ਝਗੜਾ ਖੜਾ ਰੱਖਦਾ ਹੈ। ਹੁਣ ਮਾਂ ਪਿਓ ਤਾਂ ਨਹੀਂ ਚਾਹੁੰਦਾ ਕੁੱਟ ਖਾਏ, ਉਹ ਤੇ ਉਹਦੀ ਆਪਣਾ ਆਦ ਹੁਦਰਾਪਣ ਜਿਹੜਾ ਹੈ ਉਹਨੇ ਉਹਨੂੰ ਬਿਪਤਾ 'ਚ ਪਾਇਆ ਹੋਇਆ। ਬਿਲਕੁਲ ਮਨਮੁਖ ਰੋਗੀ ਹੈ ਸੰਸਾਰਾ। ਦੁਨੀਆ 'ਚ ਕੁਝ ਲੋਕ ਨੇ ਜਿਹੜੇ ਮਨ ਦੀ ਮੱਤ ਵਰਤਦੇ ਨੇ। ਇਹ ਜਗਤ ਦਾ ਕੋਈ ਨਿਯਮ ਹੈ, ਭਾਵੇਂ ਜਗਤ ਹੋਏ, ਭਾਵੇਂ ਬਾਗ ਹੋਏ, ਭਾਵੇਂ ਕੋਈ ਸੰਸਥਾ ਹੋਵੇ। ਹਰ ਸੰਸਥਾ ਨੂੰ ਜਾਂ ਹਰ ਬਾਗ ਨੂੰ ਪਾਲਣ ਦਾ ਕੋਈ ਨਿਯਮ ਤਾਂ ਹੈ ਨਾ। ਬਾਗ ਆਪਣੇ ਆਪ ਨਹੀਂ ਬਣਦਾ, ਬਾਗ ਨੂੰ ਮਾਲੀ ਬਣਾਉਂਦਾ ਹੈ। ਹੁਣ ਬਾਗ ਦੇ ਵਿੱਚ ਵੀ ਕੋਈ ਕਾਇਦੇ ਕਾਨੂੰਨ ਨੇ, ਇਸੇ ਤਰੀਕੇ ਨਾਲ ਜਗਤ ਦੇ ਕੁਝ ਕਾਇਦੇ ਕਾਨੂੰਨ ਨੇ। ਮਨ ਦੀ ਮੱਤ ਮਗਰ ਚੱਲਣ ਵਾਲਾ ਪ੍ਰਾਣੀ ਉਸ ਵਾਹਿਗੁਰੂ ਜੀ ਦੇ ਰੱਬੀ ਹੁਕਮ ਤੋਂ ਉਲਟ ਚੱਲਣਾ ਚਾਹੁੰਦਾ ਹੈ, ਉਸ ਨਿਯਮਾਵਲੀ ਨੂੰ ਤੋੜਨਾ ਚਾਹੁੰਦਾ ਹੈ। ਬਸ ਉਹ ਨਿਤ ਦੁਖੀ ਰਹਿੰਦਾ ਹੈ। ਸੰਭਾਲ ਤਾਂ ਉਹਦੀ ਵੀ ਪ੍ਰਮਾਤਮਾ ਕਰਦਾ ਹੈ, ਰੋਟੀ ਤੇ ਉਹਨੂੰ ਵੀ ਪ੍ਰਮਾਤਮਾ ਦਿੰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ। ਜ਼ਿੰਦਗੀ 'ਚ ਗੁਰੂ ਕੇ ਗਿਆਨ ਤੋਂ ਬਿਨਾਂ, ਪ੍ਰਮਾਤਮਾ ਦੇ ਪਿਆਰ ਜੁੜਿਆ ਮਨੁੱਖ ਸ਼ਾਂਤ ਨਹੀਂ ਹੋ ਸਕਦਾ। ਜਿਉ ਲਏਗਾ ਜ਼ਿੰਦਗੀ। ਦੇਖੋ, ਸਵਾਸ ਤਾਂ ਸਾਰੇ ਪੂਰੇ ਕਰ ਜਾਂਦੇ ਨੇ। ਇੱਕ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਪਰਉਪਕਾਰੀ ਵਿਅਕਤੀ ਵੀ ਆਪਣੀ ਜ਼ਿੰਦਗੀ ਪੂਰਨ ਕਰ ਜਾਂਦਾ ਹੈ, ਪਰ ਉਹ ਜ਼ਿੰਦਗੀ ਦਾ ਲਾਹਾ ਲੈ ਜਾਂਦਾ ਹੈ। ਉਹ ਮਨੁੱਖਤਾ ਦੀਆਂ ਅਸੀਸਾਂ ਲੈ ਕੇ ਜਾਂਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਇੱਕ ਮਨ ਦੀ ਮੱਤ ਮਗਰ ਚੱਲਣ ਵਾਲਾ ਪ੍ਰਾਣੀ ਵੀ ਆਪਣੀ ਜ਼ਿੰਦਗੀ ਪੂਰੀ ਕਰ ਜਾਂਦਾ ਹੈ, ਪਰ ਉਹ ਸਾਰੀ ਜ਼ਿੰਦਗੀ ਦੁਖੀ ਰਹਿੰਦਾ ਹੈ, ਵਿਲ ਲਾਉਂਦਾ ਰਹਿੰਦਾ ਹੈ। ਉਹ ਕਹੇਗਾ ਹਾਏ ਹਾਏ ਕਰਦਾ ਰਹੇਗਾ, ਰੱਬ ਨੂੰ ਉਲਾਮੇ ਦਿੰਦਾ ਰਹੇਗਾ। ਜ਼ਿੰਦਗੀ ਤੇ ਦੋਵਾਂ ਦੀ ਗੁਜ਼ਰ ਗਈ। ਇੱਕ ਨੇ ਹੱਸ ਕੇ ਗੁਜ਼ਾਰ ਦਿੱਤੀ, ਇੱਕ ਨੇ ਰੋ ਰੋ ਕੇ ਗੁਜ਼ਾਰ ਦਿੱਤੀ। ਜ਼ਿੰਦਗੀ ਤਾਂ ਬਤੀਤ ਹੋ ਜਾਣੀ ਹੈ, ਪਰ ਜੇ ਜ਼ਿੰਦਗੀ 'ਚ ਆਨੰਦ ਹੀ ਨਾ ਮਾਣਿਆ। ਬੂਟੇ ਲੱਗਦੇ ਨੇ ਬਾਗ ਦੇ ਅੰਦਰ, ਚੰਗੇ ਵੀ ਨੇ ਮਾੜੇ ਵੀ ਨੇ। ਕੁਝ ਉਹ ਬੂਟੇ ਜਿਨ੍ਹਾਂ ਨੂੰ ਬੜਾ ਫਲ ਲੱਗਦਾ ਹੈ, ਕਈਆਂ ਨੂੰ ਲੱਗਦਾ ਹੀ ਕੁਝ ਨਹੀਂ ਹੈ। ਉਹ ਬੂਟੇ ਵੀ ਆਪਣਾ ਜੀਵਨ ਪੂਰਾ ਕਰ ਲੈਂਦੇ ਨੇ। ਪਰ ਜਿਨ੍ਹਾਂ ਨੂੰ ਫਲ ਲੱਗਦਾ ਹੈ ਨਾ, ਉਹ ਉਚੇਚੇ ਮਨੁੱਖਤਾ ਦੀ ਖੁਸ਼ੀ ਦੇ ਪਾਤਰ ਬਣ ਜਾਂਦੇ ਨੇ। ਉਹ ਲੋਕਾਂ ਦੇ ਪਰਉਪਕਾਰ ਕਰਦੇ ਨੇ। ਮਨੁੱਖ ਜ਼ਿੰਦਗੀ ਸਾਰੇ ਪੂਰੀ ਕਰ ਜਾਂਦੇ ਨੇ। ਜ਼ਿੰਦਗੀ ਪੂਰੀ ਕਰਨ ਦਾ ਮਤਲਬ ਨਹੀਂ ਹੈ ਕਿ ਕਿੰਨੇ ਦਿਨ ਕੋਈ ਜਿਉਇਆ ਹੈ, ਕਿੰਨੇ ਸਾਲ ਕੋਈ ਜਿਉਇਆ ਹੈ। ਮਸਲਾ ਤੇ ਕਿ ਜਿਉਇਆ ਕਿੱਦਾਂ।
ਉਹਨੇ ਜ਼ਿੰਦਗੀ ਦਾ ਰਸ ਜਾਂ ਆਨੰਦ ਕਿੰਨਾ ਕੁ ਮਾਣਿਆ, ਜ਼ਿੰਦਗੀ ਰੋ ਕੇ ਤਾਂ ਨਹੀਂ ਬਤੀਤ ਕਰ ਦਿੱਤੀ। ਇਸ ਕਰਕੇ ਸਾਹਿਬ ਜੀ ਕਹਿੰਦੇ ਮਨਮੁਖ ਦੁਖੀਏ ਨਿਤ ਫਿਰੇ, ਬਿਲ ਲਾਂਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ। ਵਾਹਿਗੁਰੂ ਜੀ ਨੇ ਜਗਤ ਵਿੱਚ ਇੱਕ ਨਿਯਮ ਰੱਖਿਆ ਹੈ ਕਿ ਸੁਖ ਸ਼ਾਂਤੀ ਰੱਬੀ ਹੁਕਮ ਵਿੱਚ ਚੱਲ ਕੇ ਹੋਣੀ ਹੈ। ਉਸ ਰੱਬੀ ਹੁਕਮ ਨੂੰ ਸਮਝਣ ਦੇ ਲਈ ਗੁਰੂ ਕੇ ਹੁਕਮ 'ਚ ਆਉਣਾ ਪਵੇਗਾ। ਗੁਰੂ ਦੇ ਰਾਹੀਂ ਜਦੋਂ ਸਾਨੂੰ ਉਸ ਵਾਹਿਗੁਰੂ ਜੀ ਦੀ ਰਜ਼ਾ ਦਾ ਪਤਾ ਲੱਗ ਗਿਆ, ਰੱਬੀ ਹੁਕਮ ਦੇ ਅੰਦਰ ਅਸੀਂ ਚੱਲਣਾ ਪ੍ਰਵਾਨ ਕਰ ਲਿਆ, ਉਦੋਂ ਜ਼ਿੰਦਗੀ ਆਨੰਦ ਨਾਲ ਭਰਪੂਰ ਹੋ ਜਾਏਗੀ। ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋ ਇਹ ਪਾਵਨ ਪਵਿੱਤਰ ਬਚਨ ਨੇ, ਇਹਨਾਂ ਅੰਦਰ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਇਹ ਸੰਸਾਰ ਇੱਕ ਦਰਖਤ ਹੈ, ਇਹਨੂੰ ਦੋ ਤਰ੍ਹਾਂ ਦੇ ਫਲ ਲੱਗੇ ਹੋਏ ਨੇ, ਜ਼ਹਿਰ ਵੀ ਲੱਗੀ ਹੈ ਤੇ ਅੰਮ੍ਰਿਤ ਵੀ ਲੱਗਾ ਹੋਇਆ ਹੈ। ਵਾਹਿਗੁਰੂ ਜੀ ਦੀ ਰਜ਼ਾ 'ਚ ਹੀ ਹੈ ਜ਼ਹਿਰ ਵੀ ਤੇ ਅੰਮ੍ਰਿਤ ਵੀ। ਪਰ ਜਿਹੜੇ ਇਸ ਧਰਤੀ ਤੇ ਆ ਕੇ ਗੁਰੂ ਕੇ ਗਿਆਨ ਰਾਹੀਂ ਜ਼ਿੰਦਗੀ ਬਤੀਤ ਕਰਦੇ ਨੇ, ਉਹ ਜ਼ਹਿਰ ਤੋਂ ਮੁਕਤ ਹੋ ਜਾਂਦੇ ਨੇ, ਉਹਨਾਂ ਨੂੰ ਵਿਵੇਕਮਤ ਮਿਲਦੀ, ਉਹ ਅੰਮ੍ਰਿਤ ਪ੍ਰਾਪਤ ਕਰ ਲੈਂਦੇ ਨੇ। ਦੇਖੋ ਦਰਖਤ ਨੂੰ ਫਲ ਲੱਗਦੇ ਨੇ, ਕੁਝ ਫਲ ਮਿੱਠੇ ਹੁੰਦੇ ਨੇ, ਕੁਝ ਕੌੜੇ ਹੁੰਦੇ ਨੇ। ਗਿਆਨਵਾਨ ਲੋਕ ਜਿਹੜੇ ਨੂੰ ਮਿੱਠਾ ਫਲ ਹੀ ਪ੍ਰਾਪਤ ਕਰਦੇ ਨੇ, ਕੌੜੇ ਨੂੰ ਨਹੀਂ ਤੋੜਦੇ, ਉਹਨੂੰ ਪਤਾ ਹੈ, ਉਹਨੂੰ ਸੋਝੀ ਹੁੰਦੀ ਹੈ। ਇਸ ਤਰੀਕੇ ਦੇ ਨਾਲ ਇਹ ਜਗਤ ਵੀ ਇੱਕ ਦਰਖਤ ਹੈ, ਫਲ ਇਹਨੂੰ ਲੱਗੇ ਨੇ, ਕੌੜਾ ਵੀ ਹੈ, ਮਿੱਠਾ ਵੀ ਹੈ। ਅਗਿਆਨਤਾ ਵਿੱਚ ਬੰਦਾ ਜ਼ਹਿਰ ਦੇ ਨਾਲ ਹੀ ਜੁੜਿਆ ਹੋਇਆ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਵਾਹਿਗੁਰੂ ਜੀ ਦੀ ਇਸ ਰਚਨਾ ਦੀ ਬੇਅੰਤਤਾ ਦਾ ਜ਼ਿਕਰ ਕਰਦੇ ਹਾਂ। ਸਾਨੂੰ ਗੁਰੂ ਕੇ ਮਾਰਗ ਤੇ ਚੱਲ ਕੇ ਜਿਵੇਂ ਇਸ ਜਗਤ ਵਿੱਚੋਂ ਅੰਮ੍ਰਿਤ ਨੂੰ ਮਾਨਣ ਦੀ ਪ੍ਰੇਰਨਾ ਦੇ ਰਹੇ ਨੇ। ਆਓ ਸਤਿਗੁਰੂ ਜੀ ਦੇ ਇਹਨਾਂ ਅਮੋਲ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਜੁੜਦੇ ਆ, ਮਨ ਬਿਰਤੀਆਂ ਨੂੰ ਟਿਕਾਉਂਦੇ ਆ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਸੰਤ ਮਹਿਲਾ ਤੀਜਾ, ਘਰ ਪਹਿਲਾ, ਦੋ ਤੁਕੇ, ਇੱਕ ਓੰਕਾਰ, ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1172 ਤੇ ਬਸੰਤ ਰਾਗ ਵਿੱਚ ਗੁਰੂ ਅਮਰਦਾਸ ਜੀ ਦਾ ਇਹ ਪਵਿੱਤਰ ਸ਼ਬਦ, ਜਿਹੜਾ ਪਹਿਲੇ ਘਰ 'ਚ ਗਾਉਣ ਦੀ ਹਦਾਇਤ ਹੈ, ਦੋ ਤੁਕਿਆਂ ਵਾਲਾ ਇਹ ਸ਼ਬਦ ਹੈ। ਦੋ ਤੁਕੇ ਦਾ ਅਰਥ ਇਹ ਹੈ ਕਿ ਸਤਿਗੁਰੂ ਸਾਹਿਬ ਜੀ ਦਾ ਇਹ ਬਚਨ ਹੈ ਤੇ ਚਾਰ ਬੰਦਾਂ ਵਾਲਾ, ਪਰ ਇੱਕ ਇੱਕ ਬੰਦ ਵਿੱਚ ਦੋ ਦੋ ਤੁਕਾਂ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਪਰਮ ਪਿਤਾ ਵਾਹਿਗੁਰੂ ਜੀ ਇੱਕ ਹੈ, ਸਰਵ ਵਿਆਪਕ ਹੈ, ਨਿਰੰਤਰ ਜੀਵਾਂ 'ਚ ਰਮਿਆ ਹੈ। ਉਹ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ। ਮੁੱਖ ਵਾਕ ਦੀਆਂ ਜੋ ਮੁੱਖ ਪੰਕਤੀਆਂ ਨੇ, ਜਿਨ੍ਹਾਂ 'ਚ ਸ਼ਬਦ ਦਾ ਸੈਂਟਰਲ ਆਈਡੀਆ ਅੰਕਿਤ ਹੈ, ਤੈਂ ਸਾਹਿਬ ਕੀ ਕਰਹਿ ਸੇਵ, ਪਰਮ ਸੁਖ ਪਾਵਹਿ ਆਤਮ ਦੇਵ। ਆਤਮ ਦੇਵ ਦਾ ਅਰਥ ਹੈ ਕਿ ਸਾਡੀਆਂ ਆਤਮਾਵਾਂ ਦਾ ਜੋ ਮਾਲਕ ਹੈ, ਪਰਮਾਤਮਾ। ਆਤਮਾਵਾਂ ਦਾ ਜੋ ਸਵਾਮੀ ਹੈ ਉਹ ਵਾਹਿਗੁਰੂ ਜੀ। ਇਹ ਪਰਮ ਪਿਤਾ ਵਾਹਿਗੁਰੂ ਜੀਓ, ਜੋ ਤੁਹਾਡੀ ਸੇਵਾ ਕਰਦਾ ਹੈ, ਤੈਂ ਸਾਹਿਬ ਕੀ, ਇਹ ਸਾਹਿਬ ਜੀ ਜੋ ਤੁਹਾਡੀ ਸੇਵਾ ਕਰਦਾ ਹੈ, ਕਰਦੇ ਨੇ, ਪਰਮ ਸੁਖ ਪਾਵੇਂ, ਉਹ ਜ਼ਿੰਦਗੀ ਦੇ ਅੰਦਰ ਪਰਮ ਆਨੰਦ ਮਾਣ ਲੈਂਦੇ ਨੇ। ਪਰਮ ਆਨੰਦ, ਪਰਮ ਆਨੰਦ ਸਭ ਤੋਂ ਉੱਚੀ ਅਵਸਥਾ ਹੈ, ਜਿਸ ਦੇ ਬਰਾਬਰ ਕੋਈ ਸੁੱਖ ਨਹੀਂ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਨੂੰ ਮਹਾਂ ਆਨੰਦ ਵੀ ਕਿਹਾ ਹੈ, ਪਰਮ ਆਨੰਦ ਕਿਹਾ ਹੈ, ਪਰਮ ਸੁਖ ਕਿਹਾ ਹੈ। ਸਾਹਿਬ ਕਹਿੰਦੇ ਨੇ ਕਿ ਵਾਹਿਗੁਰੂ ਜੀ ਜੋ ਤੁਹਾਡੀ ਸੇਵਾ ਕਰਦੇ ਨੇ, ਜੋ ਤੁਹਾਡੇ ਪਿਆਰ 'ਚ ਜੁੜਦੇ ਨੇ, ਜ਼ਿੰਦਗੀ ਦਾ ਮਕਸਦ ਤੇ ਪ੍ਰਮਾਤਮਾ ਦੀ ਸੇਵਾ ਹੀ ਸੀ। ਇਹ ਗਿਆਨ ਤਾਂ ਗੁਰੂ ਪਾਸੋਂ ਮਿਲਦਾ ਕਿ ਜ਼ਿੰਦਗੀ ਦਾ ਮਕਸਦ ਕੀ ਹੈ। ਜਿਨ੍ਹਾਂ ਨੂੰ ਗਿਆਨ ਮਿਲ ਗਿਆ ਹੈ ਵਾਹਿਗੁਰੂ ਜੀ ਜੋ ਤੁਹਾਡੀ ਸੇਵਾ ਕਰਦੇ ਨੇ, ਉਹ ਪਰਮ ਆਨੰਦ ਮਾਣ ਲੈਂਦੇ ਨੇ। ਵਾਹਿਗੁਰੂ ਜੀ ਦੀ ਸੇਵਾ ਕੀ ਹੈ? ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਵਾਹਿਗੁਰੂ ਜੀ ਦੀ ਸੇਵਾ ਇਹ ਹੈ ਕਿ ਪ੍ਰਮਾਤਮਾ ਦੇ ਨਾਮ ਨੂੰ ਆਪਾਂ ਜਪੀਏ, ਯਾਦ ਕਰੀਏ, ਚੇਤੇ ਕਰੀਏ।
ਨਾਮ ਨੂੰ ਚੇਤੇ ਕਰਨ ਦਾ ਅਰਥ ਕਿ ਜੋ ਪਰਮਾਤਮਾ ਦੀ ਹਸਤੀ ਹੈ, ਜੋ ਵਾਹਿਗੁਰੂ ਜੀ ਦਾ ਪਾਵਨ ਪਵਿੱਤਰ ਸਰੂਪ ਹੈ, ਉਹਨੂੰ ਧਿਆਨ 'ਚ ਧਰਦੇ ਹਾਂ। ਆਪਣੀ ਜ਼ਿੰਦਗੀ ਅੰਦਰ ਉਹਨਾਂ ਦੈਵੀ ਗੁਣਾਂ ਨੂੰ ਆਪਾਂ ਗ੍ਰਹਿਣ ਕਰ ਲਈਏ। ਵਾਹਿਗੁਰੂ ਜੀ ਨੇ ਸਾਨੂੰ ਸਿਰਜਿਆ ਹੈ, ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਆਪਾਂ ਵਾਹਿਗੁਰੂ ਜੀ ਬਣੀਏ, ਵਾਹਿਗੁਰੂ ਜੀ ਵਰਗੇ ਬਣ ਕੇ ਧਰਤੀ ਤੇ ਵਿਚਰੀਏ। ਵਾਹਿਗੁਰੂ ਜੀ ਪਰਉਪਕਾਰੀ ਨੇ, ਅਸੀਂ ਵੀ ਕੋਈ ਪਰਉਪਕਾਰ ਕਰੀਏ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਦੇ, ਅਸੀਂ ਵੀ ਕਿਤੇ ਸਰਬੱਤ ਦੇ ਭਲੇ ਦੀ। ਇਹ ਹੈ ਵਾਹਿਗੁਰੂ ਦੀ ਸੇਵਾ। ਜਿਹੜੇ ਵਾਹਿਗੁਰੂ ਦੀ ਸੇਵਾ ਕਰਦੇ ਉਹਨਾਂ ਨੂੰ ਪਰਮ ਸੁੱਖ ਮਿਲ ਜਾਂਦਾ ਹੈ, ਪਰਮ ਆਨੰਦ ਮਿਲ ਜਾਂਦਾ ਹੈ। ਉਹ ਵਾਹਿਗੁਰੂ ਜੀ ਹੁਣ ਹੈ ਕਿੱਥੇ ਹੈ? ਜਿਸ ਦੀ ਸੇਵਾ ਕਰਨੀ ਹੈ ਉਹ ਕਿੱਥੇ ਹੈ? ਕਿਉਂਕਿ ਧਾਰਮਿਕ ਲੋਕਾਂ ਨੇ ਤੇ ਕਿਹਾ, ਕੋਈ ਕਹਿੰਦਾ ਉਹ ਸਤਵੇਂ ਆਕਾਸ਼ 'ਚ ਹੈ, ਕੋਈ ਕਹਿੰਦਾ ਉਹ ਕਿ ਉੱਚਾ ਆਕਾਸ਼ 'ਚ ਬੈਠਾ ਹੋਇਆ ਹੈ, ਕਿਸੇ ਨੇ ਕਿਹਾ ਦੱਖਣ 'ਚ ਹੈ, ਕਿਸੇ ਨੇ ਕਿਹਾ ਪੱਛਮ 'ਚ ਹੈ, ਕਿਸੇ ਨੇ ਕਿਹਾ ਪੂਰਬ 'ਚ ਹੈ, ਕਿਸੇ ਨੇ ਕਿਹਾ ਧਰਤੀ ਦੇ ਹੇਠਾਂ ਹੈ, ਕਿਸੇ ਨੇ ਕਿਹਾ ਜੰਗਲਾਂ 'ਚ ਹੈ, ਕਿਸੇ ਨੇ ਕਿਹਾ ਤੀਰਥਾਂ 'ਤੇ। ਹੁਣ ਵਾਹਿਗੁਰੂ ਜੀ ਦੀ ਸੇਵਾ ਕਰਨੀ ਹੈ, ਹੁਣ ਅਸੀਂ ਸਤਵੇਂ ਆਕਾਸ਼ 'ਤੇ ਕਿਵੇਂ ਪਹੁੰਚ ਜਾਵਾਂਗੇ? ਵਾਹਿਗੁਰੂ ਦੀ ਸੇਵਾ ਕਰਨੀ ਹੈ, ਇਸੇ ਕਰਕੇ ਤੇ ਦੁਨੀਆ ਕੋਈ ਤੀਰਥਾਂ 'ਤੇ ਜਾਂਦੀ ਹੈ, ਕੋਈ ਜੰਗਲਾਂ 'ਚ ਜਾਂਦਾ ਹੈ। ਚਲੋ ਜੀ, ਅਸੀਂ ਰੱਬ ਦੇ ਲੇਖੇ ਲਾ ਦਿੱਤੀ ਜ਼ਿੰਦਗੀ ਆਪਣੀ। ਹੋਰ ਅਨੇਕ ਤਰ੍ਹਾਂ ਦੇ ਕਰਮ ਮਨੁੱਖ ਇਸੇ ਹੀ ਸੋਚ 'ਚੋਂ ਕਰਦਾ ਹੈ ਕਿ ਵਾਹਿਗੁਰੂ ਸਾਡੇ ਤੋਂ ਵੱਖਰਾ ਹੈ, ਅਸੀਂ ਫਲਾਣੇ ਅਸਥਾਨ 'ਤੇ ਇੰਨੀ ਵਾਰ ਜਾਵਾਂਗੇ ਤੇ ਰੱਬ ਖੁਸ਼ ਹੋਏਗਾ, ਫਲਾਣੇ ਤੀਰਥਾਂ 'ਤੇ ਇਸ਼ਨਾਨ ਕਰਾਂਗੇ ਤੇ ਰੱਬ ਖੁਸ਼ ਹੋਏਗਾ, ਜਾਂ ਇਹ ਕਰਮ ਕਰਕੇ ਆਪਾਂ ਕਰਾਂਗੇ ਤੇ ਰੱਬ ਖੁਸ਼ ਹੋ ਜਾਏਗਾ। ਵਾਹਿਗੁਰੂ ਜੀ ਦੀ ਸੇਵਾ ਕੀਤੇ ਪਰਮ ਸੁੱਖ ਮਿਲਣੇ। ਪਰ ਵਾਹਿਗੁਰੂ ਜੀ ਹੈ ਕਿੱਥੇ ਹੈ? ਵਾਹਿਗੁਰੂ ਜੀ ਦਾ ਰੂਪ ਕਿਹੋ ਜਿਹਾ ਹੈ? ਵਾਹਿਗੁਰੂ ਜੀ ਰਹਿੰਦਾ ਕਿੱਥੇ ਹੈ? ਸਾਹਿਬ ਜੀ ਕਹਿੰਦੇ, ਮਹਾ ਰੁਤੀ ਮੈਂ ਸਦਬਾ ਸੰਤ। ਮਹਾ ਦਾ ਅਰਥ ਹੁੰਦਾ ਮਹੀਨਾ, ਰੁਤੀ ਦਾ ਅਰਥ ਹੁੰਦਾ ਹੈ ਰੁੱਤਾਂ। ਸਤਿਗੁਰੂ ਜੀ ਕਹਿੰਦੇ ਕਿ ਹਰ ਰੁੱਤ ਦੇ ਵਿੱਚ, ਹਰ ਮਹੀਨੇ ਦੇ ਵਿੱਚ, ਸਾਰੇ ਥਾਵਾਂ ਤੇ ਪ੍ਰਮਾਤਮਾ ਵਸਦਾ ਹੈ। ਸਦ ਬਸੰਤ, ਬਸੰਤ ਦਾ ਅਰਥ ਇੱਥੇ ਵਸਣਾ। ਸਾਰੀਆਂ ਰੁੱਤਾਂ 'ਚ, ਸਾਰਿਆਂ ਮਹੀਨਿਆਂ 'ਚ, ਸਾਰਿਆਂ ਥਾਵਾਂ ਤੇ ਪ੍ਰਮਾਤਮਾ ਵਸ ਰਿਹਾ। ਇਹ ਨਹੀਂ ਕਿ ਮੱਸਿਆ ਵਾਲੇ ਦਿਨ ਹੀ ਉਹ ਪ੍ਰਸੰਨ ਹੁੰਦਾ, ਇਹ ਨਹੀਂ ਕਿ ਪੁੰਨਿਆਂ ਵਾਲੇ ਦਿਨ ਹੀ ਉਹ ਪ੍ਰਸੰਨ ਹੁੰਦਾ। ਇਹ ਮੱਸਿਆ, ਇਹ ਪੁੰਨਿਆਂ ਦੀ ਗੱਲ ਪਤਾ ਕਦੋਂ ਸ਼ੁਰੂ ਹੋਈ? ਫਲਾਣੇ ਸਮੇਂ 'ਚ, ਜਦੋਂ ਕੋਈ ਬਹੁਤੀਆਂ ਘੜੀਆਂ ਨਹੀਂ ਸਨ, ਕੈਲੰਡਰ ਨਹੀਂ ਸਨ। ਬੜਾ ਸਿੱਧਾ ਜਿਹਾ ਹਿਸਾਬ ਸੀ ਕਿ ਜਿੱਦਣ ਚੰਦਰਮਾ ਪੂਰਾ ਹੋਏਗਾ ਉਦਣ ਇਕੱਠੇ ਹੋਵਾਂਗੇ। ਇੱਕ ਤਾਂ ਰੋਸ਼ਨੀ ਦੀ ਸਹੂਲਤ ਹੈ, ਪੂਰਨਮਾਸੀ ਨੂੰ ਰਾਤ ਨੂੰ ਰੋਸ਼ਨੀ ਹੁੰਦੀ ਹੈ। ਇੱਕ ਰੋਸ਼ਨੀ ਦੀ ਸਹੂਲਤ ਹੈ। ਇੱਕ ਦਿਨ ਬੜਾ ਚੇਤੇ ਰਹਿਣ ਵਾਲਾ ਕਿ ਇਸ ਦਿਨ ਆਪਾਂ ਇਕੱਠੇ ਹੋਵਾਂਗੇ। ਜਾਂ ਫਿਰ ਕਾਲੀ ਰਾਤ ਜਿਹੜੀ ਉਹ ਨਿਯਤ ਕਰ ਲਈ। ਔਰ ਇਹ ਨਹੀਂ ਕਿ ਦਿਨ ਕੋਈ ਬੜੇ ਪਵਿੱਤਰ ਨੇ ਜਾਂ ਕੋਈ ਵੱਖਰੇ ਨੇ। ਦਿਨ ਤਾਂ ਸਾਰੇ ਇੱਕੋ ਜਿਹੇ ਨੇ। ਦਿਨ ਤੇ ਉਹੀ ਸਾਡੇ ਲਈ ਵਧੀਆ ਜਦੋਂ ਅਸੀਂ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦੇ ਹਾਂ। ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਦਿਨ ਉਹ ਚੰਗਾ ਜਦੋਂ ਅਸੀਂ ਪਰਮਾਤਮਾ ਦੇ ਪਿਆਰ 'ਚ ਵਿਚਰਦੇ ਹਾਂ। ਜਦੋਂ ਵਾਹਿਗੁਰੂ ਜੀ ਸਾਨੂੰ ਭੁੱਲ ਜਾਣ, ਅਸੀਂ ਜ਼ਿੰਦਗੀ 'ਚ ਔਗਣ ਕਰ ਲੱਗ ਜਾਈਏ, ਉਹ ਦਿਨ ਭਾਵੇਂ ਮੱਸਿਆ ਦਾ ਤੇ ਭਾਵੇਂ ਸੰਗਰਾਂਦ ਦਾ ਹੀ ਕਿਉਂ ਨਾ ਹੋਵੇ, ਉਹ ਤੇ ਸਾਡੇ ਲਈ ਕਦੀ ਪਵਿੱਤਰ ਨਹੀਂ ਹੈ। ਕੋਈ ਸੰਗਰਾਂਦ ਵਾਲੇ ਦਿਨ ਪਾਪ ਕਰੀ ਜਾਏ, ਉਹਦੇ ਲਈ ਪਵਿੱਤਰ ਹੈ ਦਿਨ? ਕੋਈ ਦਿਨ ਉਹ ਪਵਿੱਤਰ ਜਿਸ ਦਿਨ ਅਸੀਂ ਵਾਹਿਗੁਰੂ ਜੀ ਦੇ ਪਿਆਰ ਜੁੜਦੇ ਹਾਂ। ਜਿੱਥੋਂ ਤੱਕ ਪਰਮਾਤਮਾ ਦੀ ਗੱਲ ਹੈ, ਸਾਰੇ ਦਿਨ ਹੀ ਪਰਮਾਤਮਾ ਦੇ ਨੇ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਇਹ ਮਹੀਨੇ, ਇਹ ਮਹੂਰਤ, ਇਹ ਦਿਨ ਭਲੇ ਨੇ ਸਾਡੇ ਲਈ ਜਦੋਂ ਵਾਹਿਗੁਰੂ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਉਹ ਪਰਮਾਤਮਾ ਦੀ ਸੇਵਾ ਕੀਤਿਆਂ ਪਰਮ ਸੁੱਖ ਮਿਲਣੇ। ਤੇ ਪਰਮਾਤਮਾ ਹੈ ਕਿੱਥੇ ਹੈ? ਸਤਿਗੁਰੂ ਜੀ ਕਹਿੰਦੇ, ਮਹਾ ਰੁਤੀ ਮੈਂ ਸਦਬਾ ਸੰਤ। ਉਹ ਪਰਮਾਤਮਾ ਤੇ ਸਾਰੀਆਂ ਹੀ ਰੁੱਤਾਂ 'ਚ ਹੈ, ਸਾਰਿਆਂ ਮਹੀਨਿਆਂ 'ਚ ਹੈ, ਸਾਰੇ ਥਾਵਾਂ ਤੇ ਵਸਦਾ ਹੈ। ਜਿਤ ਹਰਿਆ ਸਭ ਜੀ ਜੰਤ। ਜਿਸ ਪਰਮਾਤਮਾ ਸਦਕਾ ਸਾਰੇ ਜੀ ਜੰਤ ਜਿਹੜੇ ਤੁਰੇ ਫਿਰਦੇ ਨੇ, ਇਹ ਧਰਤੀ ਤੇ ਜਿਹੜੀ ਹਰਕਤ ਹੈ, ਇਹ ਜਿਹੜੀ ਜ਼ਿੰਦਗੀ ਹੈ, ਇਹ ਜਿਹੜੀ ਹਰਿਆਵਲ ਹੈ, ਇਹ ਹੈ ਹੀ ਪਰਮਾਤਮਾ ਕਰਕੇ ਹੈ।
सारे पासे फुल खिड़े ने, ये परमात्मा करके ने। जीव जंतु तुरदे फिरदे देखते सुनते बोलते ने, परमात्मा करके। ये ठीक है कि जीव नूं ज्ञान नहीं है। मच्छी की जिंदगी पानी करके है। हुण मच्छी कहे जी मैं नहीं पानी नूं मनदी, को जी पानी है ही कोई नहीं है। वो अपनी अज्ञानता तो हो सकती है। मनुख की जिंदगी परमात्मा करके है। कोई मनुख कहे कि मैं परमात्मा तो बिना जीव सकदा, कहीदा है कोई, पर परमात्मा तो बिना जिंदगी नहीं है। जदों वो रब्बी जोत साडे चों निकल जाती है ना, जदों निकल जाती है, फिर कहने इहदे च प्राण ही नहीं है, खत्म हो गया। उदों मुर्दा करार दे दिता जाता है। उहदे तो बिना असी मुर्दा हाँ। शरीर दे अंदरों प्राण निकल जाण ते शरीर मुर्दा है। साडे हिरदे चों परमात्मा की जात निकल जाए तो साडा हिरदा मुर्दा है। कई दरख्त बाहरों देखण नूं हरे ने, लेकिन फिर भी मालिक कहंदा कि बूटे मर गए। देखण नूं हरे ने पर मालिक कहंदा मर गए। मर गए दरख्त कि इन्हां नूं फल ही कोई नहीं लग्या। जिस काम लई लगाए सी उन्होंने फल कोई नहीं लग्या। कुछ लोग हुंदे ने धरती ते जिन्हां दे पासे आपां कहंदे बंदे ने, तो मरे हुए ने, ये तो मरे हुए ने। ਉਹਦਾ अर्थ है कि उन्हां दी जिंदगी च कोई उन्हां चंगा काम ही नहीं किया, कोई चंगा गुण, को परोपकार, को मनुखता की खातर किया ही कुछ नहीं। आप कहते तो मुर्दे ने, तां ये जिउंदे नहीं है। मनुख तां जिउंदा तां गिणिया जाएगा जिवें दरख्त तां असीं गिणदे आ जिउंदा जे दरख्त नूं फल लगण। जे फल ना लगण ਆਪਾਂ कहने तो मर गए एरका बूटे, एरका मर गए, अगले साल देखो की बनता है। इसे तरीके नाल कुछ मनुख जिन्होंने रब्बी गुणां दा फल ही नहीं लग्या, जिन्हां दे अंदर दया नहीं, प्यार नहीं, संतोख नहीं, परोपकार नहीं, वो मर गए। जिंदगी च उन्होंने फल ना लग्या। फल लगण लई आए सां, लगना चाहिदा सी। उस तो बिना ये सारी जिहड़ी सृष्टि है ये जे हरकत कर रही है, जिउ रही है, ते वाहिगुरु जी की जोत करके है। सब मैं जोत, जोत है सोए, तिस दे चानन सब मैं चानन होए। साहब कहते वाहिगुरु जी तो सारे थावां ते है, हर महीने च है, हर रुत विच है। उहदे करके ते असीं चल फिर रहे हैं, खा पी रहे हैं, बोल रहे हैं। क्या हो आखां किरम जंत, वाहिगुरु जी मैं तो एक मामूली जिहा किरम हाँ। निके निके किरम नहीं हुंदे पानी दे अंदर, मैं तो किरम हाँ, तुहाडा साजिया होया जीव। मैं तुहाडी महिमा बयान नहीं कर सकदा, तुहाडी वडियाई नूं मैं बयान नहीं कर सकदा। तेरा किने ना पाया याद अंत, वाहिगुरु जीओ अज तक तुहाडा किसी ने आद अंत नहीं लभा। वाहिगुरु जी कदों बने ने, वाहिगुरु जी कदों तक रहने ने, उन्हां दी की समर्था है, उन्हां दी किन्नी को ताकत है, उन्हां दे किन्ने को गुण ने, कोई वाहिगुरु जी दे बारे बयान नहीं कर सकता। वाहिगुरु जी दे प्यार जुड़ के परम सुख तां मान सकते हैं, पर कोई वाहिगुरु जी का अंत नहीं पा सकता। हे वाहिगुरु जीओ जिहड़ा तुहाडी सेवा करदा है, तैं साहिब की करे सेव। वाहिगुरु जी जो तुहाडी सेवा करदा है परम सुख पावे आत्म देव। हे मेरे परम पिता परमात्मा, वो जिंदगी च परम आनंद मान लैंदा है। जिस तरह की कोई हस्ती होएगी उस तरह का ही सानू वो को सुख दुख दे सकेगी ना, जिन्नी को किसी विच समर्था है। गुरु साहब जी ने भगत साहब जी की पवित्र बाणी च कथा दे बड़े प्यारे बचन कि भैरों भूत शीतला धावै। भैरों की आराधना करने वाले जिहड़े ने जां शीतला की पूजा करने वाले जिहड़े ने, उन्होंने वो कुछ मिलेगा जो उन्होंने दे कोल है। खर वाहन वो छार उड़ावे, खर मैना खोता। पुराना च लिखिਆ है कि शीतला की सवारी खोते ते है। जिहड़ा शीतला की सेवा करेगा वह खोते ते चढ़ जाएगा, इदू अगे तो नहीं जाना। जिहड़ा भैरों की पूजा करेगा, भैरों मड़ियां च सुआह उडाउंदा है जाके,
कोई मड़ियां च सुआह उडाउण लग जाएगा, क्योंकि जो कुछ वो आप है वही कुछ सानू बनाएगा ना। शिव शिव करते जो नर त्यावे, बर्द चढ़े डौरू टमकावे। शिव जी की आराधना करने वाला शिव जी वर्गा बन जाएगा। शिव जी बल्द ते चढ़े ने, हाथ च डमरू है, गल च सप पे हुए ने, वो भी कुछ बन जाएगा। महामाई की पूजा करे, देवी की पूजा करने वाला नर से नार होए उतरे, वो भी देवी बन जाएगा, स्त्री बन जाएगा। जैसा सेवे तैसो होए। भगत जी इस करके कहते हाँ तो एक रमैया ले हूँ, आन दे बदलावन दे हूँ, मैं तो केवल एक परमात्मा की सेवा करदा। परमात्मा रमे हुए राम दी, प्रभु दी, ईश्वर दी, बाकी सब कुछ ਉਹਦੇ बदले कुर्बान करन ਨੂੰ ਤਿਆਰ मैं। एक परमात्मा ਦੇ प्यार जुड़दा। सतगुरु साहब जी कहते हैं कि वाहिगुरु जी ਜਿਹੜੇ ਤੁਹਾਡੀ सेवा करते हैं ਉਹ जिन्ने ਤੁਸੀਂ महान हो ना उन्ने महान बन जाते हैं। परमात्मा का अंत कोई नहीं है। परमात्मा के प्यार च जुड़ के जो सुख मिलता है वह भी अंत कोई नहीं है। परमात्मा का अंत कोई नहीं है। जिहड़ा परमात्मा के प्यार जुड़ेगा वह भी कोई अंत नहीं पा सकेगा। मन्ने की गत कही ना जाए। सतगुरु साहब जी कहते वाहिगुरु जी जिहड़े तुहाडी सेवा करते ने वो परम सुख मान लैंदे ने। तुसीं ते सारी थावां ते हो। देखो ना, तुसीं किसे देवते की पूजा करनी, उसकी मूर्त कोल तुहानूं जाना पेगा उचेचा, किसी कबर ते जाना पेगा उचेचा, किसी मनुख दे नाल जुड़े उहदे कोल जाना पेगा उचेचा। ते परमात्मा लई पूजा करने लई किते जाण दी ते लोड़ नहीं है। परमात्मा की पूजा करने लई घर छड्डण दी लोड़ नहीं है। घर ते तां छड्डीए जे साडे घर च परमात्मा ना होवे। ਉਹਦੀ पूजा करने ਲਈ ਤੇ ਬਾਹਰ ਤਾਂ ਜਾਈਏ ਜੇ ਕਿਤੇ ਉਹ ਬਾਹਰ ਹੋਏ ਤੇ ਸਾਡੇ ਅੰਦਰ ਨਾ ਹੋਵੇ। ਬਾਬਾ ਰਾਮਾਨੰਦ ਜੀ ਨੇ बड़ा प्यारा बचन किया गुरु ग्रंथ साहिब जी विच बसंत राग च आएगा अगे चल के। कहणगे एक दिवस मन भई उमंग बोचो वा चंदन लै सुगंध पूजन चाली ब्रह्म ठाए सो ब्रह्म बतायो गुर मन ही माए। एक दिन मेरे मन च भी चाह आया कि मैं मंदिर च जाके पूजा अर्चा करा, समगरी लै ली, फुल लै ले, और साधन लै ले। मैनू गुरु कहन लगा वो ब्रह्म तो तेरे अंदर है, तू किहदी पूजा करन चलिया? उहां तो जाइए जो इहां ना होए। तू मंदिर च ते तां जाए जे तेरे अंदर रब ना होए। तेरे अंदर परमात्मा वसिया। मंदिर च जां गुरुद्वारे च जां मसीत विच असीं रब दी पूजा करन लई नहीं जांदे। माफ करना, मता कोई सोचे कि गुरुद्वारे आके बहुता नाम जपिया जाएगा। मता कोई ये सोचे कि गुरुद्वारे आउण नाल बहुता रब रीझ जाएगा। गुरुद्वारे आउणा है ज्ञान प्राप्त करने के लिए। परमात्मा की है? परमात्मा की है? परमात्मा का ज्ञान सानू गुरु पासों मिलता है। जे कोई कहे कि मैं गुरुद्वारे जाके बहुती पूजा करता, उन्हें भरम है। गुरुद्वारे ज्ञान मिल सकता है। कोई गुरुद्वारे च रब कैद नहीं किया होया कि रब इत्थे बैठा होया। फिर तो रब एक थां ते होया, जां ना किसी मंदिर च कैद किया, ना किसी मस्जिद विच कैद किया। रब तो सर्व व्यापक है। रब तो साडे घर च भी है, साडे अंदर भी बैठा होया। इस करके साहब जी कहते हैं कि तुसी किसी व्यक्ति दी, किसी पीर दी, किसी फकीर दी, किसी अवतार दी, किसी देवते दी, किसी होर दी सेवा करनी तो तुहानू जाना पेगा कुछ कदम चल के। लेकिन परमात्मा दी सेवा लई किते जाण दी लोड़ नहीं है। वो तो सारे थावां ते है, वो तो हर हिरदे विच है। इस करके साहब कहते वाहिगुरू जी जिहड़े तुहाडी सेवा करते हैं वो परम सुख परम आनंद मान लैंदे ने। सतगुरु जी ने फिर बचन के रहाओ कर्म होवै तां सेवा करे। वाहिगुरु सर्व व्यापक है। परम सुख वाहिगुरु जी के प्यार च जुड़ के मिलता है। पर परम सुख उही मानता है जिहदे ते बख्शिश हुंदी। हर कोई तो नहीं मानता। जिवें सारे बूटे ने बाग विच सारियां बूटियां नूं फल नहीं लगदा। बेअंत लुकाई है धरती ते, पर हर को परम आनंद नहीं मानता। वो मानता है जिहदे ते बख्शिश हुंदी है, वाहिगुरु जी की रहमत हुंदी है।
ਹੁਣ ਕੀ ਵਾਹਿਗੁਰੂ ਜੀ ਨਹੀਂ ਚਾਹੁੰਦੇ ਕਿ ਸਾਰੇ ਸੁੱਖ ਮੰਨਣ ਜਾਂ ਨਾ ਮੰਨਣ? ਵਾਹਿਗੁਰੂ ਜੀ ਤਾਂ ਚਾਹੁੰਦੇ ਨੇ ਕਿ ਹਰ ਬੰਦਾ ਸੁਖੀ ਹੋਵੇ, ਪਰ ਹਰ ਚੀਜ਼ ਦਾ ਕੋਈ ਨਾ ਕੋਈ ਤਰੀਕਾ ਹੁੰਦਾ ਹੈ ਪ੍ਰਾਪਤ ਕਰਨ ਦਾ। ਹਰ ਚੀਜ਼ ਦਾ, ਹਰ ਬੰਦਾ ਤੰਦਰੁਸਤ ਰਹਿਣਾ ਚਾਹੁੰਦਾ ਹੈ, ਹਰ ਬੰਦਾ ਤੰਦਰੁਸਤ ਰਹਿਣਾ ਚਾਹੁੰਦਾ ਹੈ, ਪਰ ਹਰ ਬੰਦਾ ਤੰਦਰੁਸਤ ਰਹਿੰਦਾ ਨਹੀਂ, ਚਾਹੁੰਦਾ ਹਰ ਕੋਈ ਰਹਿੰਦਾ ਨਹੀਂ। ਉਹਦਾ ਕਾਰਨ ਕਿ ਤੰਦਰੁਸਤ ਰਹਿਣ ਦੇ ਲਈ ਵੀ ਤੇ ਕੁਝ ਨਿਯਮ ਨੇ ਜ਼ਿੰਦਗੀ ਦੇ। ਕੀ ਖਾਣਾ ਹੈ, ਕੀ ਅਸੀਂ ਜ਼ਿੰਦਗੀ ਦੇ ਅੰਦਰ ਕਿਵੇਂ ਜਿਉਣਾ ਹੈ, ਇਹ ਤੇ ਸਾਰਿਆਂ ਨੂੰ ਗਿਆਨ ਨਹੀਂ ਨਾ। ਜ਼ਿੰਦਗੀ ਤੇ ਸਾਰਿਆਂ ਨੂੰ ਮਿਲੀ ਹੈ, ਪਰ ਜ਼ਿੰਦਗੀ ਜਿਉਣ ਦਾ ਢੰਗ ਤੇ ਹਰ ਮਨੁੱਖ ਦਾ ਆਪੋ ਆਪਣਾ ਹੀ ਹੈ ਨਾ। ਕੁਝ ਕਹਿੰਦੇ ਜੀ ਆਹ ਖਾਣ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ, ਸਾਡੀ ਜ਼ਿੰਦਗੀ ਤੁਸੀਂ ਦਖਲ ਕਿਉਂ ਦਿੰਦੇ ਹੋ? ਕਿਸੇ ਨੂੰ ਦਖਲ ਦੇਣ ਦਾ ਅਧਿਕਾਰ ਨਹੀਂ ਹੈ, ਕਿਉਂਕਿ ਆਜ਼ਾਦੀ ਹੈ ਜ਼ਿੰਦਗੀ 'ਚ। ਰੱਬ ਨੇ ਆਜ਼ਾਦੀ ਰੱਖੀ ਹੀ ਤੇ ਖੂਬੀ ਹੈ ਵਾਹਿਗੁਰੂ ਦੀ, ਆਜ਼ਾਦੀ ਦੇ ਦਿੱਤੀ ਹੈ। ਰੱਬ ਕਿੰਨਾ ਮਨੁੱਖੀ ਅਧਿਕਾਰਾਂ ਦਾ ਖਿਆਲ ਰੱਖਦਾ ਹੈ, ਜ਼ਿੰਦਗੀ ਦੇ ਦਿੱਤੀ ਹੈ। ਹੁਣ ਜਿਉਣਾ ਤੁਸੀਂ ਹੈ, ਸੁਖੀ ਰਹਿਣਾ ਦੁਖੀ ਰਹਿਣਾ, ਇਹ ਤੁਹਾਡੀ ਮਰਜ਼ੀ ਹੈ। ਜਿਹਦੇ ਤੇ ਬਖਸ਼ਿਸ਼ ਹੁੰਦੀ ਹੈ ਉਹ ਸੁੱਖ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦੀ ਸੇਵਾ ਜੁੜ ਕੇ ਮੰਨਦਾ। ਹੁਣ ਬਖਸ਼ਿਸ਼ ਕਿਵੇਂ ਪ੍ਰਾਪਤ ਕਰਨੀ ਹੈ? ਬਖਸ਼ਿਸ਼ ਪ੍ਰਾਪਤ ਕਰਨ ਦਾ ਕੋਈ ਨਾ ਕੋਈ ਪ੍ਰੋਸੈਸ ਹੈ, ਕੋਈ ਨਾ ਕੋਈ ਤਰੀਕਾ ਹੈ, ਕੋਈ ਰਸਤਾ ਹੈ। ਤੰਦਰੁਸਤੀ ਪ੍ਰਾਪਤ ਕਰਨ ਦਾ ਕੋਈ ਤਰੀਕਾ ਹੈ। ਇਹ ਨਹੀਂ ਕਿ ਤੰਦਰੁਸਤੀ ਕਹੀ ਜਾਓ ਤੁਸੀਂ ਤੰਦਰੁਸਤ ਹੋ ਜਾਓਗੇ। ਉਹਦੇ ਲਈ ਸਰੀਰ ਦੀ ਸੰਭਾਲ ਕਰਨੀ ਪਏਗੀ, ਖਾਣ ਪੀਣ ਦਾ ਧਿਆਨ ਰੱਖਣਾ ਪਏਗਾ। ਗੁਰਦੁਆਰਾ ਗਿਆਨ ਦਾ ਕੇਂਦਰ ਹੈ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਹੁਣ ਸਾਰੇ ਗੁਰਦੁਆਰੇ ਗਿਆਨ ਥੋੜ੍ਹਾ ਲੈ ਜਾਂਦੇ ਨੇ। ਗੁਰਦੁਆਰੇ ਆਉਂਦੇ ਸਾਰੇ ਨੇ, ਜੀ ਆਇਆਂ ਨੂੰ ਅਧਿਕਾਰ ਸਾਰਿਆਂ ਦਾ ਹੈ, ਲੇਕਿਨ ਸਾਰੇ ਗੁਰਦੁਆਰੇ ਗਿਆਨ ਥੋੜ੍ਹਾ ਲੈ ਜਾਂਦੇ ਨੇ। ਕੋਈ ਤਾਂ ਗੁਰਦੁਆਰੇ ਵੱਢਦੇ ਵੀ ਗੱਲਾਂ ਹੀ ਕਰੀ ਜਾਂਦੇ ਨੇ, ਕੋਈ ਗੁਰਦੁਆਰੇ ਬੈਠੇ ਲੜੀ ਜਾਂਦੇ ਨੇ। ਅਧਿਕਾਰ ਸਾਰਿਆਂ ਨੂੰ ਗੁਰਦੁਆਰੇ ਆਉਣ ਦਾ, ਪਰ ਗਿਆਨ ਸਾਰੇ ਨਹੀਂ ਗੁਰਦੁਆਰੇ ਲੈ ਕੇ ਜਾਂਦੇ। ਗਿਆਨ ਤਾਂ ਕੋਈ ਵਿਰਲੇ ਲੈ ਕੇ ਜਾਂਦੇ ਨੇ, ਵਿਰਲੇ। ਜ਼ਿੰਦਗੀ ਸਾਰਿਆਂ ਨੂੰ ਮਿਲੀ ਹੈ, ਜ਼ਿੰਦਗੀ ਦਾ ਸੁੱਖ ਕੋਈ ਵਿਰਲੇ ਮਾਣਦੇ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ। ਹੁਣ ਬਖਸ਼ਿਸ਼ ਪ੍ਰਾਪਤ ਕਰਨ ਦਾ ਤਰੀਕਾ ਹੈ, ਜਿਵੇਂ ਗਿਆਨ। ਬੱਚੇ ਪੜ੍ਹਦੇ ਸਾਰੇ ਨੇ, ਸਾਰੇ ਕੋਈ ਡਾਕਟਰ ਥੋੜ੍ਹੋ ਬਣ ਜਾਂਦੇ ਨੇ, ਸਾਰੇ ਕੋਈ ਇੰਜੀਨੀਅਰ ਥੋੜ੍ਹੋ ਬਣ ਜਾਂਦੇ ਨੇ, ਜਾਂ ਸਾਰੇ ਕੋਈ ਅਫਸਰ ਥੋੜ੍ਹੋ ਬਣ ਜਾਂਦੇ ਨੇ। ਇਹ ਤਾਂ ਜਿੰਨਾ ਕੋਈ ਪੜ੍ਹਦਾ ਹੈ, ਤੁਸੀਂ ਡਾਕਟਰ ਬਣਨਾ ਹੈ ਤੇ ਉਹਦਾ ਕੋਈ ਨਾ ਕੋਈ ਚੈਨਲ ਹੈ ਨਾ, ਕੋਈ ਨਾ ਕੋਈ ਪ੍ਰੋਸੈਸ ਹੈ ਨਾ ਕਿ ਕਿਵੇਂ ਡਾਕਟਰ ਬਣਨਾ ਹੈ। ਥੋੜ੍ਹਾ ਕਿ ਸਕੂਲ ਗਿਆ ਤੇ ਡਾਕਟਰ ਬਣ ਗਿਆ। ਇਵੇਂ ਗੁਰਦੁਆਰੇ ਗਿਆ ਕੋਈ ਬ੍ਰਹਮ ਗਿਆਨੀ ਥੋੜ੍ਹਾ ਬਣ ਜਾਂਦਾ। ਇਦਾਂ ਹੀ ਜ਼ਿੰਦਗੀ ਮਿਲੀ, ਸਾਰੇ ਕੋ ਸੁਖੀ ਥੋੜ੍ਹਾ ਹੋ ਜਾਣਗੇ। ਉਹਦੇ ਲਈ ਤਾਂ ਕੋਈ ਤਰੀਕੇ ਦੇ ਅਨੁਸਾਰ ਚੱਲਾਂਗੇ, ਬਖਸ਼ਿਸ਼ ਤਾਂ ਮਿਲੇਗੀ। ਉਹ ਤਰੀਕਾ ਕੀ? ਗੁਰ ਪ੍ਰਸਾਦੀ ਜੀਵਤ ਮਰੈ। ਜ਼ਿੰਦਗੀ ਸਾਰਿਆਂ ਨੂੰ ਮਿਲੀ ਹੈ, ਪਰ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਉਹ ਰੱਬ ਦੀ ਸੇਵਾ ਕਰਦੇ ਨੇ। ਸੇਵਾ ਉਹ ਕਰਦੇ ਨੇ ਜਿਹੜੇ ਗੁਰੂ ਦੀ ਕਿਰਪਾ ਸਦਕਾ ਪਹਿਲਾਂ ਜਿਉਂਦੇ ਮਰ ਜਾਂਦੇ ਨੇ। ਮਰਨਾ ਤੇ ਬੰਦਾ ਪ੍ਰਵਾਨ ਹੀ ਕੋਈ ਨਹੀਂ ਕਰਦਾ। ਮੌਤ ਨਹੀਂ ਕਿਸੇ ਨੂੰ ਪ੍ਰਵਾਨ, ਜਨਮ ਪ੍ਰਵਾਨ ਹੈ। ਘਰ 'ਚ ਬੱਚੇ ਦਾ ਜਨਮ ਹੋਏ, ਵਾਹਿਗੁਰੂ ਦੀ ਮਿਹਰ ਹੁੰਦੀ, ਅਸੀਂ ਖੁਸ਼ ਹੁੰਦੇ ਹਾਂ, ਹੋਣਾ ਚਾਹੀਦਾ ਹੈ। ਜ਼ਿੰਦਗੀ ਸ਼ੁਰੂ ਹੋਈ ਹੈ, ਕੋਈ ਮਾਮੂਲੀ ਘਟਨਾ ਨਹੀਂ ਹੈ। ਜ਼ਿੰਦਗੀ ਕੋਈ ਮਾਮੂਲੀ ਘਟਨਾ ਨਹੀਂ ਹੈ, ਇੱਕ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ। ਜ਼ਿੰਦਗੀਆਂ ਸਾਰੀਆਂ ਮੋਲ ਨੇ, ਭਾਵੇਂ ਉਹ ਬੱਚੀਆਂ ਨੇ, ਭਾਵੇਂ ਲੜਕੇ ਨੇ, ਸਾਰੀਆਂ ਜ਼ਿੰਦਗੀਆਂ ਮਹਾਨ ਨੇ। ਪਤਾ ਨਹੀਂ ਕਿਹੜੀ ਜ਼ਿੰਦਗੀ ਨੇ ਧਰਤੀ ਤੇ ਕਿੱਡਾ ਵੱਡਾ ਪਰਉਪਕਾਰ ਕਰ ਦੇਣਾ, ਕ੍ਰਾਂਤੀ ਕਰ ਦੇਣੀ, ਕਿੰਨਾ ਮਹਾਨ ਬਣ ਜਾਣਾ। ਲੇਕਿਨ ਸਾਡੀ ਸੰਕੀਰਣ ਸੋਚ ਹੈ ਨਾ, ਜੇ ਮੁੰਡੇ ਜੰਮ ਪਏ ਤੇ ਬੜੇ ਖੁਸ਼ ਹੁੰਦੇ, ਹੋਣਾ ਚਾਹੀਦਾ ਹੈ। ਪਰ ਜੇ ਧੀਆਂ ਆ ਗਈਆਂ ਤੇ ਕਈ ਤਾਂ ਵਿਚਾਰੇ ਦੁਖੀ ਬੜੇ ਹੁੰਦੇ, ਲੈ ਪੱਥਰ ਹੀ ਜੰਮ ਪਿਆ ਈ, ਉਹ ਬੜੇ ਦੁਖੀ ਹੁੰਦੇ ਨੇ। ਆਲੇ ਦੁਆਲੇ ਦੇਖਦੇ ਆਪਾਂ, ਧੀਆਂ ਦੇ ਨਾਂ ਤੇ ਉਹ ਥੋੜ੍ਹਾ ਖੁਸ਼ੀ ਹੁੰਦੀ ਹੈ। ਚਲੋ ਜੀ ਠੀਕ ਹੈ, ਕੋਈ ਗੱਲ ਨਹੀਂ, ਕਹਿ ਦਿੰਦੇ ਮਾੜਾ ਮੋਟਾ ਮਾਰੂ। ਜ਼ਿੰਦਗੀ ਕੋਈ ਵੀ ਹੈ ਉਹ ਬੜੀ ਮਹਾਨ ਹੈ। ਹੁਣ ਜ਼ਿੰਦਗੀ ਤਾਂ ਸਾਰਿਆਂ ਨੂੰ ਮਿਲੀ ਹੈ, ਜਨਮ ਸਾਰਿਆਂ ਨੂੰ ਪ੍ਰਵਾਨ ਹੈ, ਮੌਤ ਸਾਰਿਆਂ ਨੂੰ ਪ੍ਰਵਾਨ ਨਹੀਂ ਹੈ। ਮੌਤ ਦੇ ਨਾਂ ਤੇ ਹਰ ਕੋਈ ਡਰਦਾ ਹੈ, ਮੌਤ ਤੋਂ ਹਰ ਕੋਈ ਬਚਣਾ ਚਾਹੁੰਦਾ ਹੈ। ਜਿੰਨਾ ਬੰਦਾ ਮੌਤ ਦੇ ਨਾਂ ਤੋਂ ਡਰਦਾ ਨਾ ਹੁੰਦਾ, ਪਹਿਲਾਂ ਹੀ ਮਰਨ ਤੋਂ ਪਹਿਲਾਂ ਹੀ ਮਰ ਜਾਂਦਾ। ਜਿੰਨਾ ਮੌਤ ਦੇ ਨਾਂ ਤੇ ਡਰਦਾ ਹੈ, ਉਹ ਸਰੀਰਕ ਮੌਤ ਤਾਂ ਅਟਲ ਹੈ, ਇਹਦੇ ਤੋਂ ਕੋਈ ਨਹੀਂ ਬਚ ਸਕਦਾ। ਇਹ ਅਟਲ ਹੈ, ਇਹਨੂੰ ਕੋਈ ਨਹੀਂ ਟਾਲ ਸਕਦਾ। ਅੱਜ ਤੱਕ ਬੜੇ ਦੇਵੀ ਦੇਵਤੇ, ਅਵਤਾਰ, ਪੀਰ, ਪੈਗੰਬਰ, ਗੁਰੂ ਆਏ ਨੇ। ਸਰੀਰਕ ਮੌਤ ਤੋਂ ਕੋਈ ਨਹੀਂ ਬਚ ਸਕਦਾ, ਇਸ ਕਾਨੂੰਨ ਨੂੰ ਕੋਈ ਨਹੀਂ ਬਦਲ ਸਕਦਾ। ਲੇਕਿਨ ਉਸ ਮੌਤ ਦੇ ਨਾਂ ਤੇ ਡਰੀ ਜਾਂਦਾ ਬੰਦਾ, ਉਸ ਮੌਤ ਦੇ ਨਾਂ ਤੇ। ਉਹ ਮੌਤ ਨਹੀਂ ਸੀ ਦਰਅਸਲ,
ਉਹ ਤੇ ਇੱਕ ਜੇ ਜਨਮ ਵਾਹਿਗੁਰੂ ਦਾ ਭਾਣਾ ਹੈ ਤੇ ਮੌਤ ਵੀ ਵਾਹਿਗੁਰੂ ਜੀ ਦਾ ਭਾਣਾ ਹੈ, ਉਹ ਤੇ ਵਾਪਰਨੇ। ਲੇਕਿਨ ਮੌਤ ਦੇ ਨਾਂ ਤੇ ਬੰਦਾ ਡਰੀ ਜਾਂਦਾ ਹੈ। ਅਸਲੀ ਮਰਨਾ ਕੀ ਸੀ ਇਹਦਾ ਪਤਾ ਨਹੀਂ ਹੈ। ਅਸਲੀ ਮਰਨਾ ਸੀ ਕਿ ਅੰਦਰੋਂ ਅਹੰਕਾਰ ਮਰ ਜਾਂਦਾ, ਅੰਦਰੋਂ ਮਨ ਦੀ ਮੱਤ ਮਰ ਜਾਂਦੀ। ਜਦੋਂ ਕੋਈ ਬੰਦਾ ਗੁਰੂ ਦੇ ਕੋਲ ਆਉਂਦਾ ਹੈ, ਗੁਰੂ ਮਨੁੱਖ ਦੇ ਅੰਦਰੋਂ ਮਨ ਦੀ ਮੱਤ ਨੂੰ ਮਾਰਦਾ। ਜਦੋਂ ਮਨ ਦੀ ਮੱਤ ਮਰ ਜਾਏ ਬੰਦਾ ਰੱਬ ਦੀ ਸੇਵਾ 'ਚ ਲੱਗ ਜਾਂਦਾ। ਮਨ ਦੀ ਮੱਤ ਦਾ ਮਰ ਜਾ ਕਿ ਜਿਹੜਾ ਕਹਿੰਦੇ ਜੀ ਜ਼ਿੰਦਗੀ ਸਾਡੀ, ਅਸੀਂ ਜਿੱਦਾਂ ਮਰਜ਼ੀ ਜੀਈਏ, ਅਸੀਂ ਜੋ ਮਰਜ਼ੀ ਖਾਈਏ, ਅਸੀਂ ਜਿੱਦਾਂ ਮਰਜ਼ੀ ਬੋਲੀਏ, ਜੀ ਤੁਸੀਂ ਕੌਣ ਹੁੰਦੇ ਸਾਨੂੰ ਰੋਕਣ ਵਾਲੇ। ਇਹ ਹੈ ਹੰਕਾਰ 'ਚ ਜਿਉਣਾ। ਜਦੋਂ ਇਹ ਖਤਮ ਹੋ ਜੇ ਹੈ ਮਰਨਾ। ਸਤਿਗੁਰੂ ਜੀ ਨੇ ਕਿਹਾ ਸੀ, ਆਏ ਹੋ ਜੇ ਸੁੱਖ ਮੰਨਣਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ। ਪਹਿਲਾਂ ਮਰਨਾ ਪ੍ਰਵਾਨ ਕਰ ਲਓ ਤੁਸੀਂ। ਸਾਹਿਬ ਜੀ ਕਹਿੰਦੇ ਨੇ ਜਿਹੜਾ ਗੁਰੂ ਦੀ ਕਿਰਪਾ ਸਦਕਾ ਮਨ ਦੀ ਮੱਤ ਵੱਲੋਂ ਮਰ ਜਾਂਦਾ ਹੈ, ਗੁਰ ਪ੍ਰਸਾਦੀ ਜੀਵਤ ਮਰੈ, ਅਨ ਦਿਨ ਸਾਚ ਨਾਮ ਉਚਰੈ। ਜਿਹੜਾ ਮਨ ਦੀ ਮੱਤ ਵੱਲੋਂ ਮਰ ਜਾਂਦਾ ਹੈ ਨਾ, ਜਿਹੜਾ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਉਹ ਕਹਿੰਦਾ ਕਿ ਸਭ ਕੁਝ ਵਾਹਿਗੁਰੂ ਜੀ ਦਾ ਬਖਸ਼ਿਆ ਭਾਈ, ਜ਼ਿੰਦਗੀ ਵਾਹਿਗੁਰੂ ਦੀ ਹੈ, ਇਹ ਘਰ-ਬਾਰ ਪ੍ਰਮਾਤਮਾ ਦਾ ਦਿੱਤਾ ਹੋਇਆ, ਸਾਡਾ ਤੇ ਕੁਝ ਨਹੀਂ। ਇਹ ਧੀਆਂ ਪੁੱਤਰ ਸਭ ਕੁਝ ਵਾਹਿਗੁਰੂ ਦੀ ਪ੍ਰਭੂ ਦੀ ਬਖਸ਼ਿਸ਼, ਸਾਡਾ ਕੁਝ ਨਹੀਂ ਹੈ ਭਾਈ। ਇਹ ਹੈ ਜਿਉਂਦੇ ਮਰਨਾ। ਜਿਉਂਦੇ ਨਾ ਮਰਨਾ ਕੀ ਹੈ? ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਮੈਂ ਬੜਾ ਵੱਡਾ, ਮੈਂ ਬੜਾ ਸਿਆਣਾ ਹਾਂ, ਇਹ ਹੈ ਹੰਕਾਰ 'ਚ ਜਿਉਣਾ। ਤੇ ਜਿਨ੍ਹਾਂ ਤੇ ਗੁਰੂ ਦੀ ਹੁੰਦੀ ਬਖਸ਼ਿਸ਼, ਉਹ ਇਸ ਮਨ ਦੀ ਮੱਤ ਵੱਲੋਂ ਮਰਦੇ ਨੇ, ਉਹ ਫਿਰ ਦਿਨ ਰਾਤ ਪਰਮਾਤਮਾ ਦੇ ਪਿਆਰ 'ਚ ਜਿਉਂਦੇ ਨੇ। ਇਹ ਹੈ ਪਰਮਾਤਮਾ ਦੀ ਸੇਵਾ। ਇਨ ਭੇਦ ਪ੍ਰਾਣੀ ਦੁੱਤਰ ਤਰੈ, ਦੁੱਤਰ ਮੈਨਾ ਦੁਸਤਰ, ਦੁਸਤਰ ਮੈਨਾ ਔਖਾ। ਇਹ ਦੁਨੀਆ 'ਚ ਰਹਿ ਕੇ ਦੁੱਖਾਂ ਤੋਂ ਬਚਣਾ ਬੜਾ ਔਖਾ ਹੈ। ਦੁਨੀਆ 'ਚ ਰਹਿ ਕੇ ਬੁਰਾਈਆਂ ਤੋਂ ਬਚਣਾ ਬੜਾ ਔਖਾ ਹੈ। ਇਹ ਸੌਖੀ ਗੱਲ ਨਹੀਂ ਹੈ, ਗੱਲੀ ਬਾਤੀ ਕੋ ਕਹੇ ਜੀ ਮੈਂ ਬੁਰਾਈਆਂ ਤੋਂ ਬਚ ਜਾਵਾਂਗਾ। ਦੁਨੀਆ 'ਚ ਰਹਿ ਕੇ ਵਿਕਾਰਾਂ ਤੋਂ ਰਹਿ ਕੇ ਬਚਣਾ ਬੜਾ ਔਖਾ ਹੈ। ਦੁਨੀਆ 'ਚ ਰਹਿ ਕੇ ਹੰਕਾਰ ਤੋਂ ਬਚਣਾ ਬੜਾ ਔਖਾ ਹੈ। ਮਾਇਆ ਤੋਂ ਬਚਣਾ ਬੜਾ ਔਖਾ ਹੈ। ਮਾਇਆ ਤੋਂ ਬਚ, ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਹੇ ਨੇ, ਸਰਪਨੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਵੱਡੇ ਵੱਡੇ ਦੇਵਤੇ ਮਾਇਆ ਦੀ ਮਾਰ ਤੋਂ ਨਾ ਬਚ ਸਕੇ। ਪੁਰਾਣਾ 'ਚ ਕਹਾਣੀਆਂ ਪੜੀਆਂ ਪਈਆਂ ਨੇ ਕਿ ਫਲਾਣਾ ਦੇਵਤਾ ਗੁੱਸੇ 'ਚ ਆ ਗਿਆ, ਉਹਨੇ ਉਹਦਾ ਸਿਰ ਵੱਢ ਦਿੱਤਾ, ਉਹਨੇ ਉਹਨੂੰ ਸਰਾਪ ਦੇ ਦਿੱਤਾ। ਬਹੁਤ ਕਹਾਣੀਆਂ ਨੇ ਪੁਰਾਣਾ ਦੇ ਅੰਦਰ। ਮਤਲਬ ਕਿ ਮਾਇਆ ਦੀ ਮਾਰ ਤੋਂ ਦੇਵਤੇ ਵੀ ਬਚ ਨਹੀਂ ਸਕੇ, ਤੇ ਅਸੀਂ ਤੇ ਆਮ ਜੀਵ, ਅਸੀਂ ਕਿੱਥੋਂ ਬਚ ਜਾਵਾਂਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਪ੍ਰਾਣੀ ਗੁਰੂ ਦੀ ਕਿਰਪਾ ਸਦਕਾ ਜਿਉਂਦਾ ਮਰ ਜਾਂਦਾ ਹੈ, ਮਨ ਦੀ ਮੱਤ ਵੱਲੋਂ ਮਰ ਜਾਂਦਾ ਹੈ, ਉਹ ਬੰਦਾ ਫਿਰ ਸਦਾ ਪਰਮਾਤਮਾ ਦੇ ਪਿਆਰ 'ਚ ਜੁੜਿਆ ਰਹਿੰਦਾ ਹੈ, ਸਦਾ ਰੱਬੀ ਸੁਭਾਅ ਅਨੁਸਾਰ ਵਿਚਰਦਾ, ਰੱਬੀ ਸੁਭਾਅ ਅਨੁਸਾਰ। ਉਹ ਬੰਦਾ ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ, ਜਿਹਦੇ ਪ੍ਰਥਾਏ ਗੁਰਬਾਣੀ 'ਚ ਸਵਾਲ ਨੇ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਹਦੇ ਪ੍ਰਥਾਏ ਸਿੱਧਾ ਨੇ ਕਿਹਾ ਸੀ ਬਾਬਾ ਨਾਨਕ ਜੀ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਇਹ ਤੇ ਦੁਨੀਆ ਦੇ ਸਮੁੰਦਰ ਨੂੰ ਪਾਰ ਕਰਨਾ ਬੜਾ ਔਖਾ ਹੈ। ਬੰਦਾ ਹੋਏ ਗ੍ਰਸਤੀ, ਉਹਨੂੰ ਗੁੱਸਾ ਨਾ ਆਏ। ਬੰਦਾ ਹੋਏ ਗ੍ਰਸਤੀ, ਉਹਨੂੰ ਹੰਕਾਰੀ ਨਾ ਆਏ, ਘਰ ਦਾ ਪਰਿਵਾਰ ਦਾ, ਉਹਦੇ ਬੱਚੇ ਬੜੇ ਵੱਡੇ ਅਫਸਰ, ਉਹਨੂੰ ਹੰਕਾਰ ਨਾ ਆਏ। ਬੜਾ ਧਨਵਾਨ ਹੋਏ, ਕਾਰੋਬਾਰ ਹੋਏ, ਉਹਨੂੰ ਹੰਕਾਰ ਨਾ ਆਏ। ਉਹਦੇ ਕੋਲ ਪੈਸਾ ਬਹੁਤ ਹੋਏ ਤੇ ਫਿਰ ਬੁਰਾਈਆਂ ਨਾ ਕਰੇ। ਇਹ ਤੇ ਬੜੀ ਔਖੀ ਗੱਲ ਹੈ। ਬਦੋ ਬਦੀ ਮਨ ਬੁਰੇ ਬੰਨੇ ਜਾਂਦਾ ਹੈ। ਪਰ ਗੁਰ ਪ੍ਰਸਾਦੀ ਜੀਵਤ ਸਤਿਗੁਰੂ ਜੀ ਕਹਿੰਦੇ ਨੇ, ਇਨ ਬਿਦ ਪ੍ਰਾਣੀ ਦੁੱਤਰ ਤਰੇ, ਦੁੱਤਰ ਮੈਨਾ ਦੁਸਤਰ, ਔਖਾ। ਇਸ ਤਰੀਕੇ ਨਾਲ ਜਿਹੜਾ ਬੰਦਾ ਗੁਰੂ ਦੀ ਕਿਰਪਾ ਸਦਕਾ ਜਿਉਂਦਾ ਮਨ ਦੀ ਮੱਤ ਵੱਲੋਂ ਮਰ ਜਾਂਦਾ ਹੈ, ਦਿਨ ਰਾਤ ਪ੍ਰਮਾਤਮਾ ਦੇ ਪਿਆਰ 'ਚ ਜਿਉਂਦਾ ਹੈ। ਪ੍ਰਮਾਤਮਾ ਦੇ ਪਿਆਰ 'ਚ ਜਿਉਣ ਦਾ ਅਰਥ ਇਹ ਨਹੀਂ ਕਿ ਉਹ ਘਰ-ਬਾਰ ਤੋਂ ਵੱਖਰਾ ਹੋ ਜਾਂਦਾ ਹੈ, ਮਲੰਗ ਬਣ ਜਾਂਦਾ ਜਾਂ ਦੁਨੀਆ ਛੱਡ ਦਿੰਦਾ ਹੈ। ਉਹ ਘਰ 'ਚ ਵੀ ਰਹਿੰਦਾ ਹੈ, ਉਹ ਕਾਰੋਬਾਰ ਵੀ ਕਰਦਾ ਹੈ, ਉਹ ਸਭ ਕੁਝ ਕਰਦਿਆਂ ਹੋਇਆਂ ਇਹ ਕਾਰੋਬਾਰ ਨੂੰ ਰੱਬ ਦੀ ਬਖਸ਼ਿਸ਼ ਸਮਝਦਾ ਹੈ, ਘਰ ਪਰਿਵਾਰ ਨੂੰ ਰੱਬ ਦੀ ਬਖਸ਼ਿਸ਼ ਸਮਝਦਾ ਹੈ। ਉਹ ਜੋ ਕੰਮ ਕਰਦਾ ਹੈ ਨਾ, ਉਹ ਆਪਣਾ ਕੰਮ ਨਹੀਂ ਸਮਝਦਾ, ਉਹਨੂੰ ਡਿਊਟੀ ਸਮਝ ਕੇ ਕਰਦਾ ਕਿ ਵਾਹਿਗੁਰੂ ਜੀ ਨੇ ਮੈਨੂੰ ਬੜੀ ਸੋਹਣੀ ਡਿਊਟੀ ਦਿੱਤੀ ਹੈ। ਤੁਸੀਂ ਤਾਂ ਬਹੁਤ ਭਾਗਾਂ ਵਾਲੇ ਹੋ, ਜਿੱਥੇ ਜਿੱਥੇ ਵੀ ਵਾਹਿਗੁਰੂ ਜੀ ਨੇ ਟਿਕਾਇਆ ਹੈ। ਕਿਸੇ ਨੂੰ ਵੱਡਾ ਕਾਰੋਬਾਰ ਦਿੱਤਾ, ਉਹ ਬਹੁਤ ਭਾਗਾਂ ਵਾਲਾ ਹੈ, ਵਾਹਿਗੁਰੂ ਜੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਉਹਨੂੰ। ਵੱਡਾ ਕਾਰੋਬਾਰ ਹੋਣ ਦਾ ਅਰਥ ਨਹੀਂ ਕਿ ਅਸੀਂ ਦੁਨੀਆ ਤੋਂ ਵੱਖਰੇ ਹੋ ਗਏ ਹਾਂ,
ਵੱਡਾ ਕਾਰੋਬਾਰ ਹੋਣ ਦਾ ਅਰਥ ਕਿ ਤੁਹਾਨੂੰ ਪ੍ਰਮਾਤਮਾ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਇਹ ਇੱਕ ਨਿੱਕੀ ਜੀ ਗੱਲ ਨਹੀਂ ਹੈ। ਕੁਝ ਬੰਦੇ ਉਹ ਨੇ ਜਿਹੜੇ ਆਪ ਹੀ ਰੋਟੀ ਕਮਾਉਂਦੇ ਖਾ ਲੈਂਦੇ, ਮੇਰੇ ਵਰਗੇ ਆਪਣੀ ਤੋਂ ਬਾਹਰ ਦਿਸਦਾ ਹੀ ਕੁਝ ਨਹੀਂ। ਤੇ ਦੇਖੋ ਨਾ ਕਿੰਨਾ ਮਹਾਨ ਬੰਦਾ ਹੈ ਜਿਹੜਾ ਆਪ ਹੀ ਪਰਿਵਾਰ ਪਾਲ ਰਿਹਾ, ਜਿਹਦੇ ਕਰਕੇ 30-40 ਮੁਲਾਜ਼ਮਾਂ ਦੇ ਪਰਿਵਾਰ ਪਾਲ ਰਹੇ ਨੇ। ਕਿੱਡਾ ਵੱਡਾ ਪਰਉਪਕਾਰ ਹੈ। ਉੱਥੇ ਜੇ ਇਹ ਭਾਵਨਾ ਹੈ ਕਿ ਮੇਰੇ ਨੌਕਰ ਨੇ ਜਿੱਦਾਂ ਤੋਰਾਂਗਾ, ਤੇ ਉਹ ਦਰਅਸਲ ਨਕੰਮੀ ਭਾਵਨਾ ਹੈ, ਉਹ ਡਿੱਗੀ ਹੋਈ ਮਾਨਸਿਕਤਾ ਹੈ। ਉੱਥੇ ਇਹ ਭਾਵਨਾ ਹੋਏ ਕਿ ਦੇਖੋ ਵਾਹਿਗੁਰੂ ਜੀ ਨੇ ਕਿੰਨੀ ਬਖਸ਼ਿਸ਼ ਕੀਤੀ ਆ, ਔਰ 35-40 ਬੰਦੇ ਜਿਹੜੇ ਨੇ ਰੋਟੀ ਖਾ ਰਹੇ ਨੇ, ਮੈਨੂੰ ਵੀ ਰੋਟੀ ਮਿਲ ਰਹੀ ਹੈ ਇਹਨਾਂ ਸਦਕਾ। ਕਿੰਨਾ ਮਾਣ ਮਹਿਸੂਸ ਹੁੰਦਾ। ਜੇ ਸੋਚੀਏ ਕਿ ਕਿੰਨੇ ਪਰਿਵਾਰ ਦੇਖੋ ਨਾ ਪਲ ਰਹੇ ਇਸ ਕਾਰੋਬਾਰ ਤੇ। ਇੱਕ ਤੇ ਉਹ ਜੋ ਸਾਡੇ ਨਾਲ ਕੰਮ ਕਰਦੇ ਉਹ ਪ੍ਰਸੰਨ, ਇੱਕ ਸਾਡਾ ਕਾਰੋਬਾਰ ਹੋਰ ਵਧੀਆ ਹੋਏਗਾ, ਜਿਹੜਾ ਨਾ ਉਸ ਤੇ ਚੌਗਣ ਕਰੇ ਨਿਹਾਲ। ਜਦੋਂ ਇਹ ਭਾਵਨਾ ਬਣ ਜਾਏਗੀ, ਦੇਖੋ ਕਿੰਨੇ ਆਦਮੀ ਹੋਰ ਜੁੜੇ ਹੋਏ ਨੇ ਇਸ ਕਾਰੋਬਾਰ ਕਰਕੇ, ਜੋ ਰੱਬ ਨੇ ਦਿੱਤਾ, ਮੈਨੂੰ ਜ਼ਿੰਮੇਵਾਰੀ ਦਿੱਤੀ ਹੈ। ਤੇ ਵਾਹਿਗੁਰੂ ਫਿਰ ਉਦੋਂ ਹੋਰ ਵੱਡੀ ਬਖਸ਼ਿਸ਼ ਕਰ ਦੇਵੇਗਾ, ਹੋਰ ਵੱਡਾ। ਔਰ ਉਹ ਕਾਰੋਬਾਰ 'ਚ ਤੁਹਾਨੂੰ ਕੋਈ ਚਿੰਤਾ, ਕੋਈ ਫਿਕਰ, ਕੋਈ ਦੁੱਖ ਗਮ ਨਹੀਂ ਵਿਆਪੇਗਾ। ਉਹ ਕਾਰੋਬਾਰ 'ਚੋਂ ਖੁਸ਼ੀ ਬੜੀ ਮਿਲੇਗੀ। ਬਹੁਤ ਘੱਟ ਲੋਕ ਨੇ ਜਿਹੜੇ ਵੱਡੇ ਵੱਡੇ ਰੁਤਬਿਆਂ ਤੇ ਹੋਣ ਤੇ ਬੜੇ ਖੁਸ਼ ਹੋਣ, ਜਿਹੜੇ ਵੱਡੇ ਵੱਡੇ ਕਾਰੋਬਾਰ ਵਾਲੇ ਹੋਣ ਤੇ ਬੜੇ ਖੁਸ਼ ਹੋਣ, ਕਹਿਣ ਕਿ ਸਾਡੇ ਪਰਿਵਾਰ 'ਚ ਬੜੀ ਖੁਸ਼ੀ ਹੈ, ਕੋਈ ਗਮ ਨਹੀਂ ਹੈ, ਕੋਈ ਰੋਗ ਨਹੀਂ ਹੈ। ਬਹੁਤ ਵਿਰਲੇ ਭਾਗਾਂ ਵਾਲੇ, ਸਲਾਮ ਹੈ ਉਹਨਾਂ। ਪਰ ਵਾਹਿਗੁਰੂ ਬਖਸ਼ਿਸ਼ ਕਰੇ ਜੇ ਇਹ ਭਾਵਨਾ ਬਣ ਜਾਏ, ਫਿਰ ਦਿਨ ਰਾਤ ਫਿਰ ਵਾਹਿਗੁਰੂ ਜੀ ਦੇ ਪਿਆਰ ਜਿਹੜਾ ਇਨ ਬਿਦ ਪੁਰਾਣੀ ਦੁੱਤਰ ਤਰੈ। ਫਿਰ ਬੰਦਾ ਇਹ ਨਹੀਂ ਕਹਿੰਦਾ ਕਿ ਕਾਰੋਬਾਰ ਕਰਕੇ ਮੈਂ ਦੁਖੀ ਹਾਂ। ਉੱਥੇ ਕਾਰੋਬਾਰ 'ਚ ਰਹਿੰਦਿਆਂ ਵੀ ਆਨੰਦ ਨੂੰ ਮਾਣ ਲੈਂਦਾ, ਉਹਨੂੰ ਕੋਈ ਔਖਾ ਨਹੀਂ ਲੱਗਦਾ। ਨਹੀਂ ਤੇ ਆਪਾਂ ਕਹਿੰਦੇ ਨਾ ਜੀ ਕਾਰੋਬਾਰ 'ਚ ਇਮਾਨਦਾਰ ਰਹਿਣਾ ਬੜਾ ਔਖਾ ਹੈ, ਕਾਰੋਬਾਰ ਕਰਦਿਆਂ ਜੀ ਇਹ ਕੰਮ ਕਰਨਾ ਬੜਾ ਔਖਾ ਹੈ, ਕਾਰੋਬਾਰ ਕਰਦਿਆਂ ਜੀ ਦੇਖੋ ਇਹ ਗੱਲਾਂ ਜਿਹੜੀਆਂ ਨੇ ਕੰਮ ਧੰਦੇ 'ਚ ਨਹੀਂ ਚੱਲਦੀਆਂ, ਤੁਸੀਂ ਗੁਰਦੁਆਰੇ ਬੈਠੇ ਰਹੋ, ਇਹ ਕੰਮ ਉੱਥੇ ਹੀ ਚੱਲਦਾ। ਹਾਲਾਂਕਿ ਗੁਰਦੁਆਰਿਆਂ 'ਚ ਬੇਈਮਾਨੀ ਬਹੁਤੀ ਹੁੰਦੀ ਹੈ। ਹਾਲਾਂਕਿ ਗੁਰਦੁਆਰੇ ਜ਼ਰੂਰੀ ਨਹੀਂ ਕਿ ਧਰਮ ਹੀ ਹੈ। ਕਾਰੋਬਾਰ ਕਰਦਿਆਂ ਵੀ ਤੁਸੀਂ ਭਗਤੀ ਕਰੋਗੇ, ਕਾਰੋਬਾਰ ਕਰਦਿਆਂ ਵੀ ਤੁਸੀਂ ਲੋਕਾਂ ਦੀਆਂ ਅਸੀਸਾਂ ਲਓਗੇ, ਕਾਰੋਬਾਰ ਕਰਦਿਆਂ ਵੀ ਤੁਸੀਂ ਰੱਬ ਦੀ ਰਹਿਮਤ ਦੇ ਪਾਤਰ ਬਣ ਜਾਓਗੇ। ਪਰ ਕਦੋਂ? ਜਦੋਂ ਇਹ ਭਾਵਨਾ ਬਣ ਗਈ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਵਾਹਿਗੁਰੂ ਜੀ ਤੇ ਤੁਹਾਡੀਆਂ ਹੀ ਦਾਤਾਂ ਨੇ। ਕਿਸੇ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਤੀ, ਜਿਹੜਾ ਲਾਇਕ ਸੀ ਉਹਨੂੰ ਦਿੱਤੀ ਹੈ, ਹਰ ਕਿਸੇ ਨੂੰ ਨਹੀਂ ਦਿੱਤੀ। ਕਿਸੇ ਨੂੰ ਬਹੁਤ ਵੱਡੇ ਰੁਤਬੇ ਤੇ ਬਿਠਾਤਾ ਹੈ, ਵਾਹਿਗੁਰੂ ਜੀ ਦੀ ਬਖਸ਼ੋ ਨੇ ਦੇਖਿਆ ਨਿਭਾ ਸਕਦਾ ਹੈ। ਤੇ ਕਿਸੇ ਨੂੰ ਮੇਰੇ ਵਰਗੇ ਨੂੰ ਰੁਤਬਾ ਨਹੀਂ ਦਿੱਤਾ, ਉਹਨੇ ਦੇਖਿਆ ਕਿ ਨਹੀਂ ਨਿਭਾ ਸਕਦਾ। ਜਿੱਦਾਂ ਜਿੱਦਾਂ ਦੀ ਬਖਸ਼ਿਸ਼ ਵਾਹਿਗੁਰੂ ਜੀ ਨੇ ਕੀਤੀ, ਜੇ ਉਸ ਬਖਸ਼ਿਸ਼ ਨੂੰ ਅਸੀਂ ਸਮਝ ਲਈਏ ਤੇ ਸਾਹਿਬ ਜੀ ਕਹਿੰਦੇ ਇੱਕ ਬਚਨ ਕਿਹਾ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵੱਡੋ ਵੱਡਾ ਵੱਡ ਮੇਦ ਨਹੀਂ, ਸਿਰੈ ਸਿਰ ਧੰਦੇ ਲਾਏਂਦਾ। ਪਰਮਾਤਮਾ ਸਾਰਿਆਂ ਤੋਂ ਵੱਡਾ ਹੈ, ਉਹਨੇ ਬੜੀ ਵੱਡੀ ਧਰਤੀ ਬਣਾਈ ਹੈ, ਧਰਤੀ ਤੇ ਸਾਰੇ ਜੀਵਾਂ ਨੂੰ ਥਾਂ ਸਿਰ ਕੰਮਾਂ ਧੰਦਿਆਂ ਤੇ ਲਗਾਇਆ ਹੋਇਆ, ਉਹਨੇ ਲਗਾਇਆ, ਅਸੀਂ ਨਹੀਂ ਲੱਗੇ ਹੋਏ। ਤੇ ਜੇ ਅਸੀਂ ਇਮਾਨਦਾਰੀ ਨਾਲ ਆਪਣੀ ਇਹ ਡਿਊਟੀ ਕਰਾਂਗੇ, ਡਿਊਟੀ ਹੈ ਸਾਡੀ, ਮਾਲਕ ਨਹੀਂ ਅਸੀਂ ਕਿਸੇ ਫੈਕਟਰੀ ਦੇ, ਮਾਲਕ ਨਹੀਂ ਅਸੀਂ ਕਿਸੇ ਕਾਰੋਬਾਰ ਦੇ, ਇਹ ਤੇ ਸਾਡੀ ਡਿਊਟੀ ਹੈ। ਉਦੋਂ ਕੰਮ ਗੜਬੜ ਹੁੰਦਾ ਜਦੋਂ ਅਸੀਂ ਮਾਲਕ ਸਮਝ ਬੈਠਦੇ। ਮਾਲਕ ਦੇਖੋ ਨਾ, ਦੁਕਾਨ ਵਾਹਿਗੁਰੂ ਜੀ ਨੇ ਦਿੱਤੀ ਹੈ, ਦੁਕਾਨ ਤੇ ਡਿਊਟੀ ਸਮਝ ਕੇ ਜਾਈਏ, ਇੰਨੇ ਵਜੇ ਜਾਣਾ, ਇੰਨੇ ਵਜੇ ਆਉਣਾ। ਤੇ ਜੇ ਉਹਦੇ ਗਾਹਕਾਂ ਨਾਲ ਲੜੀ ਗਏ ਕਿ ਅਸੀਂ ਮਾਲਕ, ਤੂੰ ਕੌਣ ਹੁੰਦਾ, ਨਿਕਲ ਜਾ ਇੱਥੋਂ, ਧੱਕੇ ਮਾਰ ਕੇ ਕੱਢ ਦਾਂਗੇ, ਮਾਫ ਕਰਨਾ, ਫਿਰ ਆਨੰਦ ਨਹੀਂ ਮਿਲੇਗਾ ਜ਼ਿੰਦਗੀ ਦਾ। ਜੇ ਕਿਤੇ ਆਇਆ ਹੋਇਆ ਗਾਹਕ ਪ੍ਰਸੰਨ ਹੋ ਕੇ ਗਿਆ ਤਾਂ ਕਿੰਨਾ ਆਨੰਦ ਮਿਲਦਾ ਹੈ ਸਾਨੂੰ, ਉਹ ਮੁੜ ਕੇ ਮਿਲਣਾ ਹੁੰਦਾ, ਜਿੱਥੇ ਜਾਂਦਾ ਸਾਡੀ ਤਾਰੀਫ ਕਰਦਾ ਹੈ। ਜੇ ਰੱਬ ਦੀ ਤੁਸੀਂ ਸੇਵਾ ਕਰਨੀ ਚਾਹੋ ਤੇ ਦੁਕਾਨ ਤੇ ਬੈਠੇ ਵੀ ਕਰ ਸਕਦੇ ਹੋ, ਜੇ ਰੱਬ ਦੀ ਤੁਸੀਂ ਸੇਵਾ ਕਰਨੀ ਚਾਹੋ ਤੇ ਵੱਡੇ ਰੁਤਬੇ ਤੇ ਬੈਠ ਕੇ ਵੀ ਕਰ ਸਕਦੇ ਹੋ। ਜੇ ਤੁਸੀਂ ਰੱਬ ਦੀ ਸੇਵਾ ਨਹੀਂ ਕਰਨੀ ਤੇ ਤੁਸੀਂ ਤੇ ਗੁਰਦੁਆਰੇ ਬੈਠੇ ਵੀ ਨਹੀਂ ਕਰ ਸਕਦੇ, ਆਏਗੇ ਨਾਲ ਲੜਦੇ ਹੀ ਰਹੋਗੇ, ਹੈ ਹੀ ਨਹੀਂ ਮੇਰੇ ਵਰਗੇ। ਇਸ ਕਰਕੇ ਰੱਬ ਦੀ ਸੇਵਾ ਦੇ ਲਈ ਕਿਸੇ ਖਾਸ ਥਾਂ ਤੇ ਜਾਣ ਦੀ ਲੋੜ ਨਹੀਂ ਹੈ। ਰੱਬ ਦੀ ਸੇਵਾ ਦੇ ਲਈ ਕੋਈ ਖਾਸ ਦਿਨ ਨੂੰ ਉਡੀਕਣ ਦੀ ਲੋੜ ਨਹੀਂ ਕਿ ਮੱਸਿਆ ਹੀ ਆਏਗੀ ਤੇ ਤਾਂ ਹੀ ਸੇਵਾ ਹੋਣੀ ਹੈ, ਜਾਂ ਸੰਗਰਾਂਦ ਹੀ ਆਏਗੀ ਤੇ ਤਾਂ ਹੀ ਆਪਾਂ ਸੇਵਾ ਕਰਨੀ। ਉਡੀਕਦੇ ਨੇ ਪਰ ਸੰਗਰਾਂਦ ਆਏ ਤੇ ਤਾਂ ਹੀ ਸੇਵਾ ਹੋਣੀ, ਸ਼ਾਇਦ ਉੱਦਾਂ ਹੋਣੀ, ਗੁਰਪੁਰਬ ਆਏਗਾ ਤੇ ਤਾਂ ਹੀ ਸੇਵਾ ਹੋਣੀ ਹੈ। ਠੀਕ ਹੈ, ਕੁਝ ਦਿਨ ਸਾਡੇ ਲਈ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਮਹਾਨ ਨੇ, ਚੇਤੇ ਕਰਨੇ ਚਾਹੀਦੇ ਨੇ, ਪਰ ਸਾਡੇ ਲਈ ਤੇ ਸਦਾ ਹੀ ਉਪਰਬ ਹੈ ਪਈ।
ਸਾਡੇ ਲਈ ਤੇ ਸਦਾ ਹੀ ਦਿਨ ਸੁਹਾਵਣੇ ਨੇ, ਸਾਡੇ ਲਈ ਸਾਰੇ ਦਿਨ ਪਵਿੱਤਰ ਨੇ, ਸਾਡੇ ਲਈ ਕੋਈ ਦਿਨ ਮਾੜਾ ਹੀ ਨਹੀਂ ਹੈ। ਜਦੋਂ ਆਪਾਂ ਇਹ ਸਮਝਾਂਗੇ ਕਿ ਸਾਰੇ ਦਿਨ ਪਰਮਾਤਮਾ ਦੇ ਨੇ, ਸਾਰੇ ਥਾਂ ਪਰਮਾਤਮਾ ਦੇ ਨੇ, ਸਾਰੇ ਮਨੁੱਖ ਪਰਮਾਤਮਾ ਦੇ ਨੇ, ਸਾਰੇ ਕੰਮਕਾਰ ਪਰਮਾਤਮਾ ਦੇ ਨੇ, ਫਿਰ ਅਸੀਂ ਜਿੱਥੇ ਬੈਠਾਂਗੇ ਉੱਥੇ ਹੀ ਪਰਮਾਤਮਾ ਦੀ ਸੇਵਾ ਦਾ ਆਨੰਦ ਮਾਣ ਲਵਾਂਗੇ। ਸਾਹਿਬ ਜੀ ਕਹਿੰਦੇ ਫਿਰ ਪਰਮ ਸੁੱਖ ਮਾਣ ਲਵਾਂਗੇ। ਆ ਜਿਹੜਾ ਨਾ ਦੁਨੀਆ ਨੂੰ ਕਿਹਾ ਜੀ ਬੜਾ ਔਖਾ ਕੰਮ ਹੈ ਇਸ ਦੁਨੀਆ 'ਚ ਰਹਿਣਾ, ਫਿਰ ਇਹ ਔਖਾ ਨਹੀਂ ਲੱਗੇਗਾ। ਫਿਰ ਇਹ ਸੰਸਾਰ ਸਾਨੂੰ ਵਾਹਿਗੁਰੂ ਦਾ ਰੂਪ ਨਜ਼ਰ ਆਏਗਾ। ਫਿਰ ਅਸੀਂ ਜੈ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਜਿੱਥੇ ਜਾਵਾਂਗੇ ਉੱਥੇ ਆਨੰਦ 'ਚ ਹੀ ਰਵਾਂਗੇ, ਜਿੱਥੇ ਵੀ ਪ੍ਰਮਾਤਮਾ ਰੱਖ ਦੇ। ਜਿਨ੍ਹਾਂ ਨੇ ਆਨੰਦ ਮਾਨਣਾ ਉਹਨਾਂ ਨੇ ਤੇ ਤੱਤੀ ਤਵੀ ਤੇ ਬੈਠ ਕੇ ਵੀ ਮਾਣ ਲਿਆ। ਉਹ ਤੇ ਮਾਛੀਵਾੜੇ ਦੇ ਜੰਗਲਾਂ 'ਚ ਵੀ ਆਨੰਦ ਮਾਣ ਰਹੇ ਨੇ। ਮਾਫ ਕਰਨਾ, ਜਿਨ੍ਹਾਂ ਨੇ ਦੁਖੀ ਹੋਣਾ ਉਹ ਰਾਜ ਗੱਦੀਆਂ ਤੇ ਬੈਠੇ ਵੀ ਚੀਕਾਂ ਹੀ ਮਾਰਦੇ ਨੇ, ਉਹ ਦੁਖੀ ਨੇ। ਉੱਥੇ ਦੁੱਖ ਤੇ ਸੁੱਖ ਤੁਹਾਡੀ ਮਨੋਬਿਰਤੀ ਹੈ, ਇੱਕ ਤੁਹਾਡੀ ਮਨੋ ਅਵਸਥਾ ਹੈ, ਤੁਹਾਡੀ ਸੋਚ ਵਿੱਚ ਹੈ। ਕਿਸੇ ਚੀਜ਼ ਵਿੱਚ, ਕਿਸੇ ਵਸਤੂ 'ਚ, ਕਿਸੇ ਵਿਅਕਤੀ, ਕਿਸੇ ਥਾਂ ਤੇ ਸੁੱਖ ਜਾਂ ਦੁੱਖ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਫਿਰ ਬਚਨ ਕਹੇ ਕਿ ਬਿਖ ਅੰਮ੍ਰਿਤ ਕਰਤਾਰ ਉਪਾਏ। ਆ ਪਰਮਾਤਮਾ ਨੇ ਜਿਹੜਾ ਦੁਨੀਆ ਦਾ ਦਰਖਤ ਬਣਾਇਆ ਨਾ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਇੱਕ ਦਰਖਤ ਹੈ, ਇਸ ਦਰਖਤ ਨੂੰ ਦੋ ਤਰ੍ਹਾਂ ਦੇ ਫਲ ਲਾਏ ਨੇ, ਇੱਕ ਜ਼ਹਿਰ ਹੈ ਤੇ ਇੱਕ ਅੰਮ੍ਰਿਤ ਹੈ। ਕੁਝ ਲੋਕ ਨੇ ਜਿਹੜੇ ਜ਼ਹਿਰ ਹੀ ਖਾ ਰਹੇ ਨੇ। ਜ਼ਹਿਰ ਬਣਾਈ ਵੀ ਪਰਮਾਤਮਾ ਦੀ ਹੈ। ਦੇਖੋ ਕੋਈ ਚੀਜ਼ ਬੁਰੀ ਨਹੀਂ ਬਣਾਈ। ਕਈ ਵਾਰੀ ਜ਼ਹਿਰ ਵੀ ਦਵਾਈ ਬਣ ਜਾਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜ਼ਹਿਰ ਵੀ ਦਵਾਈ ਬਣ ਜਾਂਦੀ ਹੈ। ਜੇ ਕਲਾ ਆ ਜਾਏ, ਜੁਗਤ ਆ ਜਾਏ, ਤੇ ਜੁਗਤ ਵਾਲੇ ਲੋਕ ਜ਼ਹਿਰ ਨੂੰ ਵੀ ਦਵਾਈ ਬਣਾ ਲੈਂਦੇ ਨੇ। ਜਿਨ੍ਹਾਂ ਨੂੰ ਜੁਗਤ ਨਹੀਂ ਹੁੰਦੀ ਉਹ ਅੰਮ੍ਰਿਤ ਨੂੰ ਵੀ ਜ਼ਹਿਰ ਬਣਾਈ ਚਲੇ ਜਾਂਦੇ ਨੇ। ਧਰਮ ਅੰਮ੍ਰਿਤ ਹੈ, ਧਰਮ ਅੰਮ੍ਰਿਤ ਹੈ। ਧਰਮ ਸਥਾਨਾਂ ਤੇ ਅੰਮ੍ਰਿਤ ਵਰਸਣਾ ਚਾਹੀਦਾ। ਲੇਕਿਨ ਬਹੁਤ ਸਾਰੇ ਲੋਕ ਇਸ ਅੰਮ੍ਰਿਤ ਨੂੰ ਜ਼ਹਿਰ ਬਣਾ ਰਹੇ ਨੇ। ਧਰਮ ਸਥਾਨਾਂ ਤੇ ਜ਼ਹਿਰ ਹੀ ਖਾ ਰਹੇ ਨੇ, ਜ਼ਹਿਰ ਵੰਡ ਰਹੇ ਨੇ, ਨਫ਼ਰਤ ਵੰਡ ਰਹੇ ਨੇ, ਈਰਖਾ ਵੰਡ ਰਹੇ ਨੇ, ਵੈਰ ਵਿਰੋਧ ਕਮਾਈ ਜਾ ਰਹੇ ਨੇ। ਧਰਮ ਦੇ ਨਾਂ ਤੇ ਜ਼ਹਿਰ ਹੈ। ਜਿਨ੍ਹਾਂ ਨੂੰ ਜਾਂਚ ਆ ਗਈ ਉਹਨਾਂ ਨੇ ਦੇਖੋ ਕਿਸੇ ਨੂੰ ਲੜਨਾ, ਮਰਨਾ, ਇਹ ਬੜੀ ਮਾੜੀ ਗੱਲ ਹੈ, ਜ਼ਹਿਰੀਲਾ ਕੰਮ ਹੈ। ਲੇਕਿਨ ਜਿਨ੍ਹਾਂ ਨੂੰ ਜਾਂਚ ਆ ਗਈ, ਭਾਈ ਕਨ੍ਹਈਆ ਜੀ ਵਰਗੇ ਨਾ ਮੈਦਾਨੇ ਜੰਗ 'ਚ ਵੀ ਪਾਣੀ ਪੀ ਜਾ ਰਹੇ ਨੇ, ਮੈਦਾਨੇ ਜੰਗ 'ਚ ਵੀ ਪਾਣੀ ਪਿਆ ਰਹੇ ਨੇ। ਸੇਵਾ ਹੀ ਕਹਿੰਦੇ ਗੁਰਦੁਆਰੇ ਹੋਣੀ ਹੈ। ਅਸੀਂ ਤੇ ਇਹ ਕਹਿੰਦੇ ਨਾ ਸੇਵਾ ਚਲੋ ਗੁਰਦੁਆਰੇ ਕਰਦੇ। ਗੁਰਦੁਆਰੇ ਸੇਵਾ ਨਹੀਂ ਹੁੰਦੀ, ਮਾਫ ਕਰਨਾ। ਗੁਰਦੁਆਰੇ ਸੇਵਾ ਕਰਨ ਦੀ ਜਾਚ ਸਿੱਖਣ ਆਉਂਦੇ ਅਸੀਂ। ਗੁਰਦੁਆਰਾ ਸਾਡਾ ਸਕੂਲ ਹੈ। ਗੁਰਦੁਆਰੇ ਅਸੀਂ ਜਾਚ ਸਿੱਖਣ ਆਉਂਦੇ ਆ। ਉਹ ਬੰਦਾ ਬਹੁਤ ਵੱਡੇ ਭੁਲੇਖੇ ਜਿਹੜਾ ਕਹਿੰਦੇ ਜੀ ਮੈਂ ਗੁਰਦੁਆਰੇ ਬੜੀ ਸੇਵਾ ਕਰਦਾ, ਉਹ ਇਹ ਕਹਿ ਸਕਦਾ ਜੀ ਗੁਰਦੁਆਰੇ ਮੈਂ ਸੇਵਾ ਸਿੱਖਣ ਜਾਣਾ ਹਾਂ, ਸੇਵਾ ਕਰਨ ਦੀ ਜਾਚ ਸਿੱਖਣ ਜਾਣਾ। ਪਰ ਜਾਚ ਤਾਂ ਭਾਗਾਂ ਵਾਲੇ ਸਿੱਖਦੇ ਇੱਥੇ ਆ ਕੇ। ਬਹੁਤੇ ਤੇ ਸਿਖਾਉਣ ਲਈ ਆਉਂਦੇ ਨੇ ਸੇਵਾ ਦੇ ਨਾਂ ਤੇ, ਮਾਫ ਕਰਨਾ, ਦੇਖ ਲਿਓ ਬਹੁਤੇ ਆਉਂਦੇ ਨੇ ਸਿਖਾਉਣ ਲਈ। ਉਹ ਕੁਝ ਦਿਨ ਸੇਵਾ ਕਰ ਲੈਣ ਨਾ ਤੇ ਫਿਰ ਉਹ ਚਾਹੁੰਦੇ ਨੇ ਹੁਣ ਸਾਡਾ ਹੁਕਮ ਜਿਹਾ ਚੱਲੀ ਜਾਏ। ਇੱਥੇ ਭਾਵਨਾ ਹੈ ਨਾ ਮਨੁੱਖ ਦੇ ਅੰਦਰ ਇੱਕ ਬੈਠੀ ਬਿਰਤੀ। ਗੁਰਦੁਆਰੇ ਉਹਨੇ ਅਸੀਂ ਸੇਵਾ ਸਿੱਖਣ ਦੇ ਲਈ, ਜਿਵੇਂ ਸਟੂਡੈਂਟ ਸਕੂਲ ਜਾਂਦਾ ਸਿੱਖਣ ਦੇ ਲਈ, ਗੁਰਦੁਆਰਾ ਸਾਡਾ ਸਕੂਲ ਹੈ। ਸੇਵਾ ਉਦੋਂ ਬਣਨੀ ਹੈ ਜਦੋਂ ਅਸੀਂ ਸਮਾਜ ਵਿੱਚ ਵੀ ਕਰਾਂਗੇ, ਜਦੋਂ ਸਮਾਜ ਵਿੱਚ ਜਾ ਕੇ ਸੇਵਾ ਕਰਾਂਗੇ। ਜੇ ਸਾਨੂੰ ਸੇਵਾ ਦਾ ਪਤਾ ਲੱਗ ਜਾਏ, ਸਾਡਾ ਤੇ ਸਮਾਜ ਹੀ ਬੜਾ ਵਧੀਆ ਬਣ ਜਾਏ। ਸੇਵਾ ਅਸੀਂ ਸਿੱਖਣ ਲਈ ਆਉਂਦੇ ਆ। ਸੇਵਾ ਉਸ ਵਕਤ ਬਣਨੀ ਜਦੋਂ ਅਸੀਂ ਸਮਾਜ ਵਿੱਚ ਸੇਵਾ ਕਰਾਂਗੇ। ਜਿੰਨਾ ਸਾਫ ਸੁਥਰਾ ਸਾਡਾ ਗੁਰਦੁਆਰਾ ਹੈ, ਇੰਨਾ ਸਾਫ ਸੁਥਰਾ ਸਾਡਾ ਸਮਾਜ ਬਣ ਜਾਏ। ਜਿੰਨਾ ਸਾਫ ਸੁਥਰਾ ਅਸੀਂ ਗੁਰਦੁਆਰੇ ਨੂੰ ਰੱਖਦੇ ਹਾਂ, ਇੰਨਾ ਸਾਫ ਆਪਣੀ ਗਲੀ ਨੂੰ ਵੀ ਰੱਖੀਏ, ਆਪਣੇ ਮੁਹੱਲੇ ਨੂੰ ਰੱਖੀਏ। ਜਿੰਨਾ ਮਿੱਠਾ ਨਿਰਮਾਣ ਹੋ ਕੇ ਅਸੀਂ ਗੁਰਦੁਆਰੇ ਬੋਲਦੇ ਹਾਂ, ਵਿਚਰਦੇ ਹਾਂ, ਇੰਨਾ ਮਿੱਠਾ ਅਸੀਂ ਕਾਰੋਬਾਰ ਤੇ ਵੀ ਵਿਚਰੀਏ। ਇਹ ਹੈ ਸੇਵਾ। ਜਦੋਂ ਅਸੀਂ ਸੇਵਾ ਕਰਾਂਗੇ ਨਾ, ਫਿਰ ਕੀ ਹੋਏਗਾ? ਫਿਰ ਸਾਨੂੰ ਹਰ ਚੀਜ਼ ਫਿਰ ਅੰਮ੍ਰਿਤ ਬਣ ਜਾਏਗੀ। ਹਰ ਚੀਜ਼ ਅੰਮ੍ਰਿਤ ਬਣ ਜਾਏਗੀ। ਕੋਈ ਕੰਮ ਸਾਨੂੰ ਮਾੜਾ ਨਹੀਂ ਲੱਗੇਗਾ, ਦੁਖੀ ਨਹੀਂ ਕਰੇਗਾ। ਹਰ ਚੀਜ਼ 'ਚੋਂ ਸਾਨੂੰ ਸੁੱਖ ਮਿਲੇਗਾ, ਮੌਜ ਮਾਣਾਂਗੇ। ਗੁਰੂ ਬਾਬਾ ਜੀ ਕਹਿੰਦੇ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਪਰਮਾਤਮਾ ਨੇ ਇਸ ਸੰਸਾਰ ਰੂਪੀ ਦਰਖਤ ਨੂੰ ਦੋ ਤਰ੍ਹਾਂ ਦਾ ਫਲ ਲਾਇਆ ਹੈ। ਜ਼ਹਿਰ ਵੀ ਲਗਾਇਆ ਹੈ, ਅੰਮ੍ਰਿਤ ਵੀ ਲਗਾਇਆ ਹੋਇਆ ਹੈ। ਪਰ
ਇਹਦੇ 'ਚ ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਨੇ, ਨਹੀਂ ਤੇ ਅਣਜਾਣ ਪੁਣੇ 'ਚ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਉਹ ਜ਼ਹਿਰੀਲੇ ਫਲ ਹੀ ਖਾਈ ਚਲੇ ਜਾਂਦੇ ਨੇ। ਗਿਆਨ ਨਹੀਂ ਨਾ, ਗਿਆਨ ਤਾਂ ਮਿਲਣਾ ਸੀ ਗੁਰੂ ਪਾਸੋਂ, ਸੇਵਾ ਦਾ ਗਿਆਨ ਪਾਸੋਂ ਮਿਲਣਾ ਸੀ ਗੁਰੂ ਪਾਸੋਂ। ਜਿਹੜੇ ਗੁਰੂ ਦੀ ਗੱਲ ਸੁਣਦੇ ਨੇ, ਗੁਰੂ ਦੇ ਬਚਨਾਂ ਨੂੰ ਸਰਵਣ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸੇਵਾ ਦਾ ਲਾਹਾ ਕੀ, ਸੇਵਾ ਕਰਨੀ ਕਿਵੇਂ ਹੈ। ਉਹ ਜ਼ਿੰਦਗੀ ਅੰਦਰ ਸੇਵਾ ਦਾ ਆਨੰਦ ਮਾਣ ਜਾਂਦੇ ਨੇ। ਆਪੇ ਕਰਤਾ ਕਰੇ ਕਰਾਏ। ਸਤਿਗੁਰੂ ਜੀ ਕਹਿੰਦੇ ਇਹ ਜ਼ਹਿਰ ਜਾਂ ਅੰਮ੍ਰਿਤ ਪ੍ਰਾਪਤ ਕਰਨ ਵਾਲੀ ਬਿਰਤੀ ਇਹ ਰੱਬੀ ਰਜ਼ਾ 'ਚ ਹੈ। ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਹੀ ਤੁਸੀਂ ਅੰਮ੍ਰਿਤ ਪ੍ਰਾਪਤ ਕਰ ਲੋਗੇ, ਆਪਣੀ ਮਰਜ਼ੀ ਨਾਲ ਹੀ ਤੁਸੀਂ ਜ਼ਹਿਰ ਪ੍ਰਾਪਤ ਕਰ ਲੋਗੇ। ਉਹਦਾ ਇੱਕ ਪ੍ਰੋਪਰ ਤਰੀਕਾ ਹੈ। ਉਹਦਾ ਤਰੀਕਾ ਇਹ ਹੈ ਕਿ ਗੁਰੂ ਪਾਸੋਂ ਗਿਆਨ ਪ੍ਰਾਪਤ ਕਰੋ। ਦੇਖੋ ਤੁਸੀਂ ਬਾਗ 'ਚ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਬਾਗ 'ਚ ਕਿਹੜਾ ਫਲ ਕੱਚਾ ਹੈ ਪੱਕਾ, ਉਹ ਤੇ ਮਾਲੀ ਨੂੰ ਪਤਾ ਹੈ। ਮਾਲੀ ਤੁਹਾਨੂੰ ਤੋੜ ਕੇ ਦੇਗਾ ਕਿ ਇਹ ਬੂਟੇ ਦਾ ਫਲ ਮਿੱਠਾ ਹੈ, ਇਹ ਫਲ ਪੱਕਾ, ਮਾਲੀ ਨੂੰ ਪਤਾ ਹੁੰਦਾ। ਹੁਣ ਤੁਸੀਂ ਆਪ ਹੀ ਤੋੜ ਲੋਗੇ, ਕੱਚੇ ਫਲ ਖਾ ਲਓਗੇ, ਹੋ ਸਕਦਾ ਤੁਸੀਂ ਕੌੜੇ ਫਲ ਵੀ ਖਾ ਲਓ। ਆਪਣੀ ਮਰਜ਼ੀ ਵਰਤੀ ਨਾ ਤੁਸੀਂ। ਇੱਦਾਂ ਹੀ ਇਹ ਦੁਨੀਆ ਦੇ ਅੰਦਰ ਵਿੱਚ ਵਿਚਰਦੇ ਹਾਂ, ਸਾਨੂੰ ਨਹੀਂ ਪਤਾ ਕਿ ਕਿਹੜੀ ਚੀਜ਼ ਜ਼ਹਿਰ ਹੈ। ਅਸੀਂ ਤੇ ਜ਼ਹਿਰ ਨੂੰ ਮਿੱਠਾ ਕਰ ਕਰਕੇ ਖਾਈ ਜਾਂਦੇ ਹਾਂ। ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਚੰਗੀਆਂ ਸਮਝ ਕੇ ਕਰੀ ਜਾਂਦੇ ਹਾਂ, ਪਰ ਜਦੋਂ ਉਹਨਾਂ ਦਾ ਫਲ ਮਿਲਦਾ ਫਿਰ ਪਤਾ ਲੱਗਦਾ ਕਿ ਇੱਥੇ ਆਪਾਂ ਠੀਕ ਨਹੀਂ ਸਾਂ, ਸਾਨੂੰ ਗਿਆਨ ਨਹੀਂ ਸੀ। ਇਹ ਦਰਖਤ ਨੂੰ ਫਲ ਦੋ ਤਰ੍ਹਾਂ ਦੇ ਲੱਗੇ ਨੇ। ਹੁਣ ਉਹਦੇ ਚੋਂ ਅੰਮ੍ਰਿਤ ਤੇ ਜ਼ਹਿਰ ਦੀ ਸੋਝੀ ਹੋਣੀ ਚਾਹੀਦੀ ਕਿ ਜ਼ਹਿਰ ਕੀ ਹੈ, ਅੰਮ੍ਰਿਤ ਕੀ ਹੈ। ਉਹ ਸੋਝੀ ਤਾਂ ਸਾਨੂੰ ਮਿਲਣੀ ਸੀ ਗੁਰੂ ਦੀ ਰਜ਼ਾ 'ਚ ਚੱਲ ਕੇ, ਗੁਰੂ ਦੇ ਗਿਆਨ ਦੇ ਰਾਹੀਂ। ਹੁਣ ਉਹ ਅੰਮ੍ਰਿਤ ਤੇ ਜ਼ਹਿਰ ਨੂੰ ਮੰਨਣ ਦੀ ਦਾਤ ਪ੍ਰਮਾਤਮਾ ਦੇ ਹੱਥ 'ਚ ਹੈ। ਉਹ ਹੱਥ 'ਚ ਇੱਦਾਂ ਕਿ ਪ੍ਰਮਾਤਮਾ ਗੁਰੂ ਦੀ ਰਜ਼ਾ ਰਾਹੀਂ ਜਿਹਨੂੰ ਗਿਆਨ ਦਿੰਦਾ ਹੈ, ਜੋ ਤਿਸ ਭਾਵੇ ਤਿਸੇ ਖਵਾਏ। ਜਿਹੜਾ ਵਾਹਿਗੁਰੂ ਜੀ ਨੂੰ ਪ੍ਰਵਾਨ ਹੋ ਜਾਂਦਾ ਨਾ, ਉਹ ਅੰਮ੍ਰਿਤ ਨੂੰ ਮਾਣ ਲੈਂਦਾ। ਪ੍ਰਵਾਨ ਕੌਣ ਹੁੰਦਾ? ਜਿਹੜਾ ਗੁਰੂ ਦੀ ਰਜ਼ਾ 'ਚ ਵਿਚਰਦਾ, ਜਿਹੜਾ ਗੁਰੂ ਪਾਸੋਂ ਜੀਵਨ ਜਾ ਸਿੱਖ ਲੈਂਦਾ। ਇਵੇਂ ਕਹਿ ਲਓ ਜਿਹਨੂੰ ਗਿਆਨ ਹੋ ਜਾਂਦਾ ਹੈ ਨਾ, ਉਹ ਫਿਰ ਜੰਗਲ ਬਾਗ ਵਿੱਚ ਜਾ ਕੇ ਮਿੱਠਾ ਹੀ ਫਲ ਖਾਂਦਾ। ਉਹਨੂੰ ਪਤਾ ਹੈ ਕਿ ਕਿਹੜਾ ਫਲ ਪੱਕਾ ਹੈ, ਕਿਹੜਾ ਕੱਚਾ ਹੈ, ਕਿਹੜੇ ਦਰਖਤ ਦਾ, ਉਹਦੇ ਕੋਲ ਗਿਆਨ ਹੈ। ਇਸ ਦੁਨੀਆ ਦੇ ਅੰਦਰ ਜ਼ਹਿਰ ਵੀ ਹੈ, ਅੰਮ੍ਰਿਤ ਵੀ ਹੈ। ਇਹਨੂੰ ਸਾਨੂੰ ਸੋਝੀ ਹੋਣੀ ਚਾਹੀਦੀ ਕਿ ਕਿਹੜੀ ਚੀਜ਼ ਜ਼ਹਿਰ ਹੈ, ਕਿਹੜੀ ਅੰਮ੍ਰਿਤ ਹੈ। ਉਹ ਸੋਝੀ ਗੁਰੂ ਪਾਸੋਂ ਮਿਲਦੀ ਹੈ। ਸਤਿਗੁਰੂ ਜੀ ਕਹਿੰਦੇ ਨਾਨਕ ਜਿਸਨੂੰ ਨਦਰ ਕਰੇ। ਇਹ ਨਾਨਕ ਜਿਸ ਮਨੁੱਖ ਤੇ ਵਾਹਿਗੁਰੂ ਜੀ ਦੀ ਨਜ਼ਰ ਰਹਿਮਤ ਹੁੰਦੀ ਹੈ। ਨਜ਼ਰ ਉਹਦੇ ਤੇ ਹੁੰਦੀ ਜਿਹੜਾ ਬੰਦਾ ਗੁਰੂ ਦੀ ਹਜ਼ੂਰੀ 'ਚ ਆ ਜਾਂਦਾ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਉਹਦੀ ਬਖਸ਼ਿਸ਼ ਹੁੰਦੀ ਹੈ, ਉਹ ਗੁਰੂ ਕੋਲ ਆਉਂਦਾ ਹੈ, ਗੁਰੂ ਪਾਸੋਂ ਗਿਆਨ ਪ੍ਰਾਪਤ ਕਰ ਲੈਂਦਾ ਹੈ। ਫਿਰ ਅੰਮ੍ਰਿਤ ਨਾਮ ਆਪੇ ਦੇ। ਵਾਹਿਗੁਰੂ ਆਪੇ ਨਾਮ ਅੰਮ੍ਰਿਤ ਦੀ ਦਾਤ ਦੇ ਦਿੰਦਾ ਹੈ। ਵਾਹਿਗੁਰੂ ਹਰ ਕਿਸੇ ਨੂੰ ਦੇਣਾ ਚਾਹੁੰਦਾ ਹੈ, ਪਰ ਹਰ ਕੋਈ ਅਧਿਕਾਰੀ ਨਹੀਂ ਨਾ, ਹਰ ਕੋਈ ਇਹਨੂੰ ਸੰਭਾਲ ਨਹੀਂ ਸਕਦਾ, ਹਰ ਕਿਸੇ ਨੂੰ ਇਹਦੀ ਕਦਰ ਨਹੀਂ ਹੈ। ਕਈ ਵਾਰੀ ਬੇਕਦਰਿਆਂ ਨੂੰ ਕੋਈ ਚੀਜ਼ ਦੇ ਦਿਓ ਨਾ, ਤੁਸੀਂ ਮਾਫ ਕਰਨਾ, ਜਿਨ੍ਹਾਂ ਨੂੰ ਪਤਾ ਨਹੀਂ ਹੈ, ਕਦਰ ਨਹੀਂ ਹੈ, ਉਹ ਪੈਰਾਂ 'ਚ ਹੀ ਰੋਲੀ ਜਾਣਗੇ। ਬੇਕਦਰਿਆਂ ਨੂੰ ਚੀਜ਼ ਦੇ ਦਿਓ ਤੁਸੀਂ, ਤੇ ਉਹ ਫਿਰ ਉਹਦੀ ਬੇਕਦਰੀ ਕਰਦੇ ਨੇ, ਉਹਨੂੰ ਪੈਰਾਂ 'ਚ ਰੋਲੀ ਚਲੇ ਜਾਂਦੇ ਨੇ। ਇਸ ਕਰਕੇ ਪ੍ਰਮਾਤਮਾ ਨੇ ਅੰਮ੍ਰਿਤ ਬਣਾਇਆ ਹੈ। ਅੰਮ੍ਰਿਤ ਜਿਹੜਾ ਹੈ ਉਹ ਅਧਿਕਾਰੀਆਂ ਨੂੰ ਮਿਲਦਾ ਹੈ। ਅਧਿਕਾਰੀ ਦਾ ਅਰਥ ਕਿ ਜਿਹੜੇ ਉਹਨੂੰ ਪ੍ਰਾਪਤ ਕਰਨ ਦਾ ਗਿਆਨ ਰੱਖਦੇ ਨੇ, ਸੰਭਾਲਣ ਦਾ ਗਿਆਨ ਰੱਖਦੇ ਨੇ। ਉਹ ਗਿਆਨ ਦਾ ਦੇਖੋ, ਬੱਚੇ ਪੜ੍ਹਦੇ ਨੇ ਸਕੂਲ 'ਚ, ਮਾਸਟਰ ਸਾਰਿਆਂ ਨੂੰ ਤਾਂ ਨਹੀਂ ਨਾ ਪਾਸ ਕਰਦਾ। ਬੱਚੇ ਤਾਂ ਸਾਰੇ ਮਾਸਟਰ ਨੂੰ ਪਿਆਰੇ ਨੇ, ਸਾਰਿਆਂ ਨੂੰ ਉਹਨੇ ਪੜ੍ਹਾਇਆ ਵੀ ਹੈ, ਸਾਰਿਆਂ ਨੂੰ ਪੜ੍ਹਾਇਆ ਹੈ। ਉਹ ਚਾਹੁੰਦਾ ਸਾਰੇ ਪਾਸ ਹੋਣ, ਪਰ ਸਾਰਿਆਂ ਨੂੰ ਪਾਸ ਨਹੀਂ ਕਰਦਾ। ਪਾਸ ਉਹਨਾਂ ਨੂੰ ਕਰਦਾ ਜਿਹੜੇ ਅਧਿਕਾਰੀ ਨੇ, ਜਿਹੜੇ ਉਹਦੀ ਗੱਲ ਨੂੰ ਸਮਝ ਗਏ, ਜਿਹੜੇ ਉਸ ਲੈਵਲ ਤੇ ਪਹੁੰਚ ਗਏ, ਉਹਨਾਂ ਨੂੰ ਅਪਗ੍ਰੇਡ ਕਰ ਦਿੰਦਾ, ਅਗਲੀ ਕਲਾਸ 'ਚ ਕਰ ਦਿੰਦਾ। ਇਦਾਂ ਹੀ ਇਹ ਦੁਨੀਆ ਹੈ। ਪਰਮਾਤਮਾ ਸੁੱਖ ਉਹਨਾਂ ਨੂੰ ਦਿੰਦਾ ਜਿਹੜੇ ਅਧਿਕਾਰੀ ਨੇ, ਪਰਮਾਤਮਾ ਉੱਚੇ ਉਹਨਾਂ ਨੂੰ ਉਠਾਉਂਦਾ ਜਿਹੜੇ ਅਧਿਕਾਰੀ ਨੇ। ਅਧਿਕਾਰੀ ਤਾਂ ਅਸੀਂ ਬਣਨਾ ਜਦੋਂ ਆਪਾਂ ਗੁਰੂ ਦੀ ਰਜ਼ਾ ਅਨੁਸਾਰ ਚੱਲਾਂਗੇ। ਇਸ ਕਰਕੇ ਜਿਹੜੇ ਵਾਹਿਗੁਰੂ ਜੀ ਦੀ ਰਾਹ ਚੱਲਦੇ ਨੇ, ਅੰਮ੍ਰਿਤ ਨਾਮ ਆਪੇ ਦੇ। ਵਾਹਿਗੁਰੂ ਉਹਨਾਂ ਨੂੰ ਆਪ ਹੀ ਨਾਮ ਅੰਮ੍ਰਿਤ ਬਖਸ਼ਿਸ਼ ਕਰ ਦਿੰਦਾ ਹੈ। ਵਿਖਿਆ ਕੀ ਬਾਸਨਾ ਮਨੈ ਕਰੇ। ਵਾਹਿਗੁਰੂ ਉਹਨਾਂ ਨੂੰ ਫਿਰ ਇੰਨੀ ਸੋਝੀ ਦੇ ਦਿੰਦਾ ਹੈ। ਦੇਖੋ ਤੁਹਾਡੇ ਅੰਦਰੋਂ ਹੀ ਜਿਹੜਾ ਵਿਵੇਕ ਪੈਦਾ ਹੋਣਾ ਹੈ ਨਾ, ਵਿਵੇਕ, ਇਹ ਵਾਹਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ। ਵਿਵੇਕ ਤੁਹਾਨੂੰ ਸੁੱਖ ਨਾ ਕਿਸੇ ਪੈਸੇ ਨੇ ਦੇਣਾ, ਨਾ ਕਿਸੇ ਵਿਅਕਤੀ ਨੇ ਦੇਣਾ, ਨਾ ਕਿਸੇ ਰੁਤਬੇ ਨੇ ਦੇਣਾ। ਪੈਸੇ ਵਾਲੇ ਬਹੁਤ ਨੇ ਪਰ ਸਾਰੇ ਸੁਖੀ ਨਹੀਂ ਹੈ, ਰੁਤਬਿਆਂ ਵਾਲੇ ਬਹੁਤ ਨੇ ਪਰ ਸਾਰੇ ਸੁਖੀ ਨਹੀਂ ਨਜ਼ਰ ਆਉਣਗੇ। ਬਹੁਤ ਸਾਰੇ ਰੁਤਬਿਆਂ ਦੇ ਬੈਠੇ ਤੁਸੀਂ ਇਦਾਂ ਰੋਂਦੇ ਦੇਖੋਗੇ ਨਾ, ਤੁਸੀਂ ਹੈਰਾਨ ਰਹਿ ਜਾਓਗੇ, ਅਸੀਂ ਤੇ ਸੁਖੀ ਇਹਨਾਂ ਨਾਲੋਂ ਬਹੁਤ ਨੇ। ਸੁੱਖ
ਤਾਂ ਤੁਹਾਡੀ ਆਪਣੀ ਮਤ ਅਨੁਸਾਰ ਮਿਲਣਾ, ਵਿਵੇਕ ਮਤ ਤੁਹਾਡੇ ਅੰਦਰੋਂ ਪੈਦਾ ਹੋਣੀ ਹੈ। ਉਹ ਜਿਹੜਾ ਅੰਦਰੋਂ ਅਨੁਭਵ, ਅੰਦਰੋਂ ਵਿਵੇਕ ਮਤ ਪੈਦਾ ਹੋਣੀ ਹੈ ਨਾ, ਉਹ ਰੱਬ ਦੀ ਬਖਸ਼ਿਸ਼ ਹੈ ਸਭ। ਪਰਮਾਤਮਾ ਕਿਵੇਂ ਮਦਦ ਕਰਦਾ ਹੈ, ਪਰਮਾਤਮਾ ਕਿਵੇਂ ਸੁੱਖ ਵਰਤਾਉਂਦਾ ਹੈ ਜ਼ਿੰਦਗੀ 'ਚ। ਪਰਮਾਤਮਾ ਤਾਂ ਕੋਈ ਵਿਅਕਤੀ ਨਹੀਂ ਹੈ, ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ। ਪਰਮਾਤਮਾ ਇਵੇਂ ਸੁੱਖ ਵਰਤਾਉਂਦਾ ਹੈ ਕਿ ਗੁਰੂ ਕੇ ਗਿਆਨ ਨਾਲ ਜਿਉਂ-ਜਿਉਂ ਤੁਸੀਂ ਪਰਮਾਤਮਾ ਦੇ ਪਿਆਰ 'ਚ ਵਿਚਰਦੇ ਹੋ, ਕਿਉਂਕਿ ਤੁਹਾਡੇ ਅੰਦਰੋਂ ਇੱਕ ਗਿਆਨ ਪ੍ਰਗਟ ਹੁੰਦਾ ਹੈ, ਇੱਕ ਸੂਝੀ ਪ੍ਰਗਟ ਹੁੰਦੀ ਹੈ, ਵਿਵੇਕ ਮਤ ਪ੍ਰਗਟ ਹੁੰਦੀ ਹੈ। ਉਹਦੇ ਰਾਹੀਂ ਤੁਸੀਂ ਕੰਮ ਹੀ ਇਹੋ ਜਿਹੇ ਕਰਦੇ ਹੋ ਨਾ, ਦੁਨੀਆ ਵੀ ਵਾਹ-ਵਾਹ ਕਰ ਉੱਠਦੀ ਹੈ, ਤੁਹਾਨੂੰ ਜ਼ਿੰਦਗੀ 'ਚ ਆਨੰਦ ਮਿਲਦਾ ਹੈ। ਜਦੋਂ ਵੀ ਤੁਸੀਂ ਕੋਈ ਵਧੀਆ ਕੰਮ ਕਰੋਗੇ, ਵਧੀਆ ਕੰਮ ਦੁਨੀਆ ਤੋਂ ਵੱਖਰਾ, ਉਦੋਂ ਤੁਹਾਡੇ ਅੰਦਰ ਇੱਕ ਬੜੀ ਖੁਸ਼ੀ ਪੈਦਾ ਹੋਏਗੀ। ਉਹ ਖੁਸ਼ੀ ਬੜੀ ਦੁਰਲੱਭ ਹੈ, ਉਹ ਖੁਸ਼ੀ ਪੈਸਿਆਂ ਨਾਲ ਨਹੀਂ ਮਿਲ ਸਕਦੀ, ਪੈਸੇ ਵਾਲੇ ਨੂੰ ਨਹੀਂ ਮਿਲ ਸਕਦੀ। ਉਹ ਖੁਸ਼ੀ ਤੁਹਾਡੇ ਅੰਦਰੋਂ ਪ੍ਰਗਟ, ਉਹ ਹੈ ਆਨੰਦ। ਇੱਕ ਕੰਮ ਕਰਨ ਦੇ ਨਾਲ ਸਾਨੂੰ ਕੁਝ ਚਿਰ ਖੁਸ਼ੀ ਮਿਲੀ, ਅਸੀਂ ਬੜੇ ਹੁਲਾਰਾ ਹੁੰਦਾ ਕਿ ਫਿਰ ਮਜ਼ਾ ਆ ਗਿਆ, ਅੱਜ ਆਪਾਂ ਸੇਵਾ ਕੀਤੀ ਹੈ, ਮਜ਼ਾ ਆ ਗਿਆ, ਆਪਾਂ ਕਿਸੇ ਦੀ ਹੈਲਪ ਕੀਤੀ ਹੈ। ਤੇ ਜੇ ਉਹ ਹੁਲਾਰਾ ਸਦਾ ਹੀ ਬਣਿਆ ਰਹੇ, ਇਹ ਹੈ ਪਰਮਾਨੰਦ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹਦੇ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ, ਵਾਹਿਗੁਰੂ ਉਹਨੂੰ ਫਿਰ ਵਾਸ਼ਨਾ ਵੱਲੋਂ, ਵਿਕਾਰਾਂ ਵੱਲੋਂ ਮਨਾ ਕਰ ਦਿੰਦਾ ਹੈ। ਉਹ ਵਿਕਾਰਾਂ ਵਾਲੇ, ਔਗਣ ਵਾਲੇ ਬੰਨੇ ਜਾਂਦਾ ਹੀ ਨਹੀਂ। ਪੈਸਾ ਹੈ ਉਹਦੇ ਕੋਲ, ਮੌਕਾ ਹੈ ਕਿ ਪੈਸੇ ਨਾਲ ਬੁਰਾਈਆਂ ਕਰ ਸਕਦਾ ਹੈ, ਪਰ ਅੰਦਰੋਂ ਉਹਨੂੰ ਪਤਾ, ਸਮਝ ਨਾ ਮੰਨਾ, ਇਹ ਕੰਮ ਮਾੜਾ ਹੀ, ਦੁਖੀ ਹੋਏਗਾ। ਉਹਦੇ ਕੋਲ ਰੁਤਬਾ ਹੈ, ਰੁਤਬੇ ਤੇ ਬੈਠਾ ਲੋਕਾਂ ਕੋਲ ਬੜੀ ਰਿਸ਼ਵਤ ਲੈ ਸਕਦਾ, ਉਹ ਬੜੀ ਰਿਸ਼ਵਤ, ਪਰ ਉਹਦੇ ਅੰਦਰ ਇੱਕ ਸੋਝੀ ਮਿਲਦੀ ਹੈ ਕਿ ਮਾੜਾ ਪੈਸਾ ਘਰ 'ਚ ਨਹੀਂ ਲਿਜਾਣਾ, ਇਹ ਪਰਿਵਾਰ ਨੂੰ ਦੁਖੀ ਕਰ ਦੇਵੇਗਾ, ਪਰਿਵਾਰ ਦੀ ਖੁਸ਼ਹਾਲੀ ਖਤਮ ਕਰ। ਬਹੁਤ ਨੇ ਇਹੋ ਜਿਹੇ ਸਤਿਕਾਰਯੋਗ ਵਿਅਕਤੀ ਰੁਤਬਿਆਂ ਤੋਂ ਬੈਠੇ, ਤੁਸੀਂ ਵੀ ਜਾਣਦੇ ਹੋਗੇ, ਬਹੁਤ ਮਿਲੇ ਨੇ, ਜਿਹੜੇ ਵੱਡੇ ਵੱਡੇ ਰੁਤਬਿਆਂ ਤੇ ਬੈਠੇ ਬੜੇ ਇਮਾਨਦਾਰ ਨੇ, ਜਿਨ੍ਹਾਂ ਦੇ ਸਿਰ ਤੇ ਸਿਸਟਮ ਚੱਲ ਰਿਹਾ ਹੈ। ਸਿਸਟਮ ਉਹਨਾਂ ਦੇ ਸਿਰ ਤੇ ਨਹੀਂ ਚੱਲ ਰਿਹਾ ਜਿਹੜੇ ਚਾਪਲੂਸ ਨੇ। ਇਹ ਸਿਸਟਮ ਜਿਹੜਾ ਹੈ ਸਮਾਜ ਦਾ, ਮੁਲਕ ਦਾ, ਉਹਨਾਂ ਦੇ ਸਿਰ ਤੇ ਨਹੀਂ ਚੱਲ ਰਿਹਾ ਜਿਹੜੇ ਕਹਿੰਦੇ ਜੀ ਅਸੀਂ ਬੜੇ ਚਲਾਕ ਹਾਂ, ਅਸੀਂ ਬੜੇ ਹੱਠੀਆਂ। ਉਹ ਤੇ ਬਰਬਾਦ ਕਰ ਰਹੇ ਨੇ ਸਿਸਟਮ ਨੂੰ। ਜੇ ਥੋੜਾ ਬਹੁਤਾ ਢਾਂਚਾ ਖੜਾ ਹੈ ਤੇ ਕੁਝ ਉਹ ਲੋਕ ਨੇ ਜਿਹੜੇ ਧਰਮੀ ਹਰ ਥਾਂ ਤੇ ਕਿਤੇ ਨਾ ਕਿਤੇ ਬੈਠੇ ਨੇ, ਬੈਠੇ ਹੋਏ ਨੇ, ਜਿਨ੍ਹਾਂ ਕਰਕੇ ਇਹ ਸਮਾਜ, ਇਹ ਦੁਨੀਆ ਚੱਲ ਰਹੀ ਹੈ। ਉਹ ਰੁਤਬੇ ਤੇ ਬੈਠ ਕੇ ਵੀ ਕਹਿਣਗੇ ਨਹੀਂ, ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਅਸੀਂ ਬੜੇ ਆਨੰਦ 'ਚ, ਬੜੇ ਮਿਲੇ ਨੇ ਜ਼ਿੰਦਗੀ 'ਚ, ਇਹੋ ਜਿਹੇ ਹੈਗੇ ਨੇ। ਕਿਉਂਕਿ ਚੰਗਾ ਦੇਖਣਾ ਸਾਡਾ ਜੇ ਸੁਭਾਅ ਨਹੀਂ ਬਣਿਆ, ਔਰ ਸਾਨੂੰ ਜੋ ਦਿੱਤਾ ਜਾ ਰਿਹਾ ਹੈ, ਤੁਸੀਂ ਸਵੇਰੇ ਟੈਲੀਵਿਜ਼ਨ ਲਾ ਲਓ, ਕੀ ਸ਼ੁਰੂ ਹੋਏਗਾ, ਫਲਾਣੇ ਥਾਂ ਤੇ ਲੜਾਈ ਹੈ, ਫਲਾਣੇ ਥਾਂ ਤੇ ਬਲਾਤਕਾਰ ਹੈ, ਫਲਾਣੇ ਥਾਂ ਤੇ ਕਤਲ ਹੈ, ਫਲਾਣੇ ਥਾਂ ਤੇ ਜੇ ਇਹੀ ਕੁਝ ਹੈ। ਖਬਰਾਂ ਦਿੰਦੀਆਂ ਕੀ ਨੇ? ਟੈਲੀਵਿਜ਼ਨ ਤੇ ਜੋ ਕੁਝ ਦਿੱਤਾ ਜਾ ਰਿਹਾ ਹੈ ਉਹ ਬਿਲਕੁਲ ਨੈਗੇਟਿਵ ਦਿੱਤਾ ਜਾ ਰਿਹਾ ਹੈ, ਉਹ ਤੁਹਾਨੂੰ ਨਿਰਾਸ਼ ਕਰਨ ਲਈ ਦਿੱਤਾ ਜਾ ਰਿਹਾ ਹੈ। ਕਰੋਨਾ ਦੇ ਨਾਂ ਤੇ ਲੋਕੀ ਕਰੋਨਾ ਨਾਲ ਨਹੀਂ ਮਰੇ ਨੇ, ਮਾਫ ਕਰ, ਡਰ ਨਾਲ ਹੀ ਬਹੁਤੇ ਮਰ ਗਏ, ਔਰ ਡਰਾਇਆ ਮੀਡੀਆ ਨੇ। ਸਭ ਤੋਂ ਵੱਡਾ ਮਾਨਵਤਾ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ ਅੱਜ ਦਾ ਮੀਡੀਆ, ਜਿਨੇ ਮਨੁੱਖੀ ਸਮਾਜ ਨੂੰ ਬਰਬਾਦ ਕਰਨ ਤੇ ਲੱਕ ਹੀ ਬੰਨਿਆ ਹੋਇਆ। ਕਿਉਂਕਿ ਕੁਝ ਲੋਕਾਂ ਨੇ ਪੈਸੇ ਦੀ ਖਾਤਰ ਮੀਡੀਆ ਵਿਕ ਚੁੱਕਾ ਹੈ, ਔਰ ਬੜੇ ਬੜੇ ਸਿਆਣੇ ਬੰਦਿਆਂ ਨੇ ਮੀਡੀਆ ਨੂੰ ਵੇਸਵਾ ਦੇ ਨਾਲ ਤੁਲਨਾ ਦਿੱਤੀ। ਪੈਸੇ ਦਿਓ, ਜਿੱਦਣ ਮਰਜ਼ੀ ਲੈ ਜਾਓ, ਅੱਜ ਪੈਸਾ ਦੇ ਕੇ ਤੁਸੀਂ ਹੀਰੋ ਬਣ ਜਾਓ, ਤੁਸੀਂ ਲੀਡਰ ਬਣ ਜਾਓ, ਮੀਡੀਆ ਨੂੰ ਪੈਸੇ ਦਿਓ, ਲੀਡਰ ਬਣ ਜਾਓ, ਤੁਸੀਂ ਝੂਠ ਨੂੰ ਸੱਚ ਬਣਾ ਦਿਓ ਤੁਸੀਂ। ਔਰ ਇਸ ਕਰਕੇ ਜੋ ਕੁਝ ਅਸੀਂ ਦੇਖਦੇ ਸਾਡੇ ਅੰਦਰ ਨਿਰਾਸ਼ਤਾ ਪੈਦਾ ਕਰਦਾ ਹੈ, ਸਾਡੇ ਅੰਦਰ ਨੈਗੇਟਿਵਿਟੀ ਪੈਦਾ ਕਰਦਾ ਹੈ, ਸਾਡੇ ਅੰਦਰ ਉਦਾਸੀ, ਭੈੜੇ ਖਿਆਲ ਪੈਦਾ ਕਰਦਾ ਹੈ ਕਿ ਸਮਾਜ ਵਿੱਚ ਚੰਗਾ ਰਹਿ ਹੀ ਨਹੀਂ ਗਿਆ, ਸਮਾਜ ਵਿੱਚ ਭਲੇ ਲੋਕ ਹੀ ਨਹੀਂ ਰਹਿ ਗਏ। ਸਾਡੇ ਮੁਲਕ ਦੇ ਅੰਦਰ ਬਹੁਤ ਭਲੇ ਲੋਕ ਨੇ, ਬੜੇ ਪਰਉਪਕਾਰੀ ਨੇ। ਤੁਸੀਂ 99 ਕੰਮ ਚੰਗੇ ਕਰ ਲਓ, ਉਹ ਨਹੀਂ ਤੁਹਾਡੇ ਸਾਹਮਣੇ ਆਉਣਗੇ। ਇੱਕ ਤੁਹਾਡੇ ਕੋਲ ਮਾੜਾ ਹੋ ਗਿਆ ਤੇ ਮੀਡੀਆ ਇਹਨਾਂ ਹਾਈਲਾਈਟ ਕਰੇ। ਤੁਸੀਂ ਦੇਖਦੇ ਆ, ਇੱਕ ਘਟਨਾ ਵਾਪਰ ਗਈ ਲਾਲ ਕਿਲੇ ਤੇ, ਜਜ਼ਬਾਤੀ ਹੋ ਕੇ ਬੱਚੇ ਨੇ ਚਲਾ ਦਿੱਤਾ ਨਿਸ਼ਾਨ ਸਾਹਿਬ, ਕੋਈ ਵੱਡੀ ਗਲਤੀ ਵੀ ਨਹੀਂ ਸੀ, ਲੇਕਿਨ ਇੰਨੇ ਦਿਨਾਂ ਤੋਂ ਜ਼ਿਮੀਂਦਾਰ ਉੱਥੇ ਬੈਠੇ, ਇੰਨਾ ਕੁਝ ਹੋ ਰਿਹਾ, ਉਹ ਕਦੀ ਦਿਖਾਇਆ ਮੀਡੀਆ ਨੇ? ਉੱਥੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਉਹ ਲੋਕ ਬੈਠੇ, ਦਿਖਾਇਆ ਕਦੀ ਮੀਡੀਆ ਨੇ? ਉੱਥੇ ਗਰੀਬਾਂ ਨੂੰ ਲੰਗਰ ਮਿਲ ਰਿਹਾ, ਕਦੀ ਦਿਖਾਇਆ ਮੀਡੀਆ ਨੇ? ਨਹੀਂ, ਉਹ ਨਹੀਂ ਦਿਖਾਉਣਾ। ਚੰਗੀ ਗੱਲ ਤਾਂ ਦਿਖਾਉਣੀ ਨਹੀਂ ਨਾ ਤੁਹਾਨੂੰ। ਚੰਗੀ ਗੱਲ ਦਿਖਾਤੀ ਤੁਸੀਂ ਚੰਗੇ ਬਣ ਜਾਓਗੇ, ਕਿਸੇ ਮਨੁੱਖ ਦੀ ਚੰਗੀ ਇਮੇਜ ਹੋ ਜਾਏਗੀ। ਇਸ ਕਰਕੇ ਸਭ ਤੋਂ ਜ਼ਿਆਦਾ ਅਗਰ ਮੁਲਕ ਦਾ ਬੇੜਾ ਗਰਕ ਕੀਤਾ ਤੇ ਕਰਨਾ ਤੇ ਉਹ ਮੀਡੀਆ ਨੇ ਕਰਨਾ, ਮੀਡੀਆ ਜ਼ਿੰਮੇਵਾਰ ਹੈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੁਹਾਡੇ ਅੰਦਰੋਂ ਫਿਰ ਮਤ ਪੈਦਾ ਹੁੰਦੀ, ਤੁਸੀਂ ਆਪੇ ਦੇਖਦੇ ਆ ਚੀਜ਼ ਕਰਨੀ ਹੈ ਨਹੀਂ ਕਰਨੀ, ਉਹਨੂੰ ਛੱਡ ਦਿੰਦੇ ਹੋ। ਤੁਹਾਡੇ ਅੰਦਰੋਂ ਜਿਹੜੇ ਅਨੁਭਵ ਪੈਦਾ ਹੁੰਦੇ ਨੇ ਉਹ ਗੁਰੂ ਦੀ ਬਖਸ਼ਿਸ਼ ਸਦਕਾ ਪੈਦਾ ਹੁੰਦੇ ਨੇ।
फिर जिस मनुख नूं ये मत मिल जाती है अपना भाना आप करे, गुरु जी कहते फिर वाहिगुरु की बख्श सदका वह बंदा वाहिगुरु जी के भाने च रह के जिंदगी का आनंद माणदा है। गुरु के बचन इत्थों शुरू होए सी कि तैं साहिब की करह सेव परम सुख पावें आत्म देव। वाहिगुरु जी जिहड़ा तुहाडी सेवा करदा है परम आनंद माण लैंदा है। हुण तुसीं ते सारे थावां ते हो, तुसीं ते हर जगह ते हो। जिहड़ा इस गल नूं समझ लैंदा है वो ते जीउंदा ही आनंद च रहिंदा है। वो दुनिया दे बुराइयां लो मर के गुरु के भाणे दे राहीं ये जगत के अंदरों हर थां ते अमृत नूं माणदा है, आनंद नूं माणदा है। ये अवस्था बनती है गुरु की बख्श सदका। सतगुरु जी मेहर करन, गुरु की मत साडे अंदर वसे, गुरबाणी की रोशनी च जिंदगी बतीत करदे हां असीं अपनी इस जिंदगी नूं अमृतमई बना सकीए। जिंदगी के जिन्ने भी दिन वाहिगुरु जी ने दिते ने वो बहुत ने, थोड़े नहीं है, एक दिन भी बहुत है। वो दिन साडे वाहिगुरु जी के प्यार च गुजर के विचरन, असी जिंदगी का लाहा लैके जाइए, जिंदगी का आनंद लैके जाइए, जिंदगी की मौज मान के जाइए। इन्नियां बेनतियां प्रवान करनियां जी। भुल चुक दी खिमा। सतगुरु सारिਆਂ ਨੂੰ अपने दरों करो नाम दान इशनान, सिक्खी सिरक भरोसा बख्शिश करन जियो। प्यार सत सारे ही बुलाओ। वाहिगुरु जी का खालसा, वाहिगुरु जी की फतेह।